ਇੱਕ ਨਹੀਂ ਹੈ, ਹੋਰ ਬਹੁਤ ਹੈ। ਕਿਸ ਤਰੀਕੇ ਨਾਲ WH ਮੈਕਲੋਡ ਆ, ਹਰਜੋਤ ਬਰਾਏ ਹੈ, ਉਹ ਵੀ ਚੈਲੰਜ ਕਰ ਰਿਹਾ ਕਿ ਸਿੱਖਾਂ ਦੀ ਤਾਂ ਕੋਈ ਆਪਣੀ ਆਇਡੈਂਟੀਟੀ ਨਹੀਂ, ਇਹ ਤਾਂ ਮਤਲਬ ਕਿਸਾਨ ਫਾਰਮਰਸ ਜਿਹੜੇ ਕਿਸਾਨ ਆ ਉਹਨਾਂ ਦਾ ਧਰਮ ਹੈ, ਉਹੀ ਲੜਾਈਆਂ ਲੜਦੇ ਆ। ਤਾਂ ਇਸ ਕਿਸਮ ਦੀਆਂ ਬੇਫਜ਼ੂਲ, ਬੇਬੁਨਿਆਦ, ਬੇਤੁਕੀਆਂ ਦਲੀਲਾਂ ਦੇ ਕੇ ਸਿੱਖਾਂ ਦੇ ਉੱਤੇ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਪਿਸ਼ੌਰਾ ਸਿੰਘ ਦਾ ਮੈਂ ਦੱਸਿਆ, ਗੁਰਿੰਦਰ ਮਾਨ ਦਾ, ਇੱਕ ਹੁਣ ਅਰਵਿੰਦਪਾਲ ਸਿੰਘ ਮੰਡੇਰ ਆ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ, ਉਹ ਐਸੋਸੀਏਟ ਪ੍ਰੋਫੈਸਰ ਆ ਸਿੱਖ ਸਟੱਡੀਜ਼ ਦੇ ਉੱਤੇ। ਉਸ ਦੀ ਮੈਂ ਉਸ ਨੂੰ ਜਵਾਬ ਦਿੱਤਾ। ਉਸ ਨੇ ਇਸੇ ਤਰੀਕੇ ਦੀ ਬਹੁਤ ਖਤਰਨਾਕ ਕਿਤਾਬ ਲਿਖੀ ਸਿੱਖੀ ਦੇ ਖਿਲਾਫ, ਔਰ ਬਹੁਤ ਜ਼ਿਆਦਾ ਮਤਲਬ ਤੋਹੀਨ ਵਾਲੇ ਲਫ਼ਜ਼ ਬਾਣੀ ਦੇ ਵਿਰੋਧ 'ਚ, ਗੁਰੂਆਂ ਦੇ ਵਿਰੋਧ 'ਚ ਲਿਖੇ। ਫਿਰ ਮੈਂ ਉਸ ਦਾ ਜਵਾਬ ਦਿੱਤਾ, ਤਾਂ ਉਸ ਤੋਂ ਬਾਅਦ ਉਹਦੀ ਇਨਕੁਆਇਰੀ ਸ਼ੁਰੂ ਹੋ ਗਈ। ਆਪਣੇ ਪਰਿਵਾਰ ਦੇ ਵਿੱਚ ਆਪਣੇ ਪੋਤੇ ਤੇ ਆਉਣ ਵਾਲੀਆਂ ਜਿਨਸਾਂ ਨੂੰ ਪੰਥ ਵਿੱਚੋਂ ਛੇਕ ਰਹੇ। ਉਹਨਾਂ ਨਾਲ ਉਹ ਕਹਿੰਦੇ ਸਾਨੂੰ ਤੁਸੀਂ ਪੰਥ ਦੇ ਵਿੱਚੋਂ ਜਿਹੜਾ ਹੁਕਮਨਾਮਾ ਹੈ ਉਹ ਵਾਪਸ ਲੈ ਲਓ, ਪੰਥ ਵਿੱਚੋਂ ਜਿਸ ਤਰੀਕੇ ਨਾਲ ਸਾਨੂੰ ਛੇਕਿਆ ਗਿਆ ਉਹਨੂੰ ਤੁਸੀਂ ਵਾਪਸ ਲੈ ਲਓ ਅਤੇ ਅਸੀਂ ਤੁਹਾਨੂੰ ਬੀੜ ਦੇ ਦਿੰਦੇ। ਇਹ ਗੱਲਬਾਤ ਟੌੜਾ ਸਾਹਿਬ ਪ੍ਰੈਜ਼ੀਡੈਂਟ ਸੀ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੀ ਗੱਲ ਚੱਲੀ, ਬੜੀ ਅਖਬਾਰਾਂ ਦੇ ਵਿੱਚ ਇਸ ਦੀ ਚਰਚਾ ਹੋਈ। ਕਈ ਲੋਕ ਵਿੱਚ ਐਸੇ ਵਿੱਚ ਇਸੇ ਤਰੀਕੇ ਨਾਲ ਵਿਚੋਲੀਏ ਬਣਨ ਦੀ ਕੋਸ਼ਿਸ਼ ਕੀਤੀ ਵੀ ਐਂ ਕਰ ਲਓ, ਉਹ ਕਰ ਲਓ। ਤਾਂ ਟੌੜਾ ਸਾਹਿਬ, ਮੈਂ ਉਸ ਵੇਲੇ ਜੌਬ ਕਰਦਾ ਸੀ, ਮੈਨੂੰ ਮਿਲੇ, ਮੈਨੂੰ ਕਹਿਣ ਲੱਗੇ ਵੀ ਪ੍ਰੋਫੈਸਰ ਸਾਹਿਬ ਆਹ ਇਸ ਕਿਸਮ ਦੀ ਗੱਲ ਚੱਲਦੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਟੌੜਾ ਸਾਹਿਬ, ਉਹਨਾਂ ਦੇ ਖਿਲਾਫ ਪੰਥ ਨੇ ਉਸ ਵੇਲੇ ਹੁਕਮਨਾਮਾ ਜਾਰੀ ਕੀਤਾ, ਉਹ ਹੁਕਮਨਾਮਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਪਸ ਲੈ ਲਿਆ। ਅੱਗੇ ਮੈਂ ਕਿਹਾ ਤੁਸੀਂ ਐਡੇ ਬੜੇ ਲੀਡਰ ਹੋ, ਪ੍ਰਧਾਨ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਉਹ ਮੈਨੂੰ ਕਹਿਣ ਲੱਗੇ ਪ੍ਰੋਫੈਸਰ ਸਾਹਿਬ ਮੈਨੂੰ ਇਹ ਗੱਲ ਦੀ ਸਮਝ ਆ ਗਈ, ਮੈਂ ਬਹੁਤ ਬੜੀ ਗਲਤੀ ਕਰਨ ਚੱਲਿਆ ਸੀ। ਪਰਮ ਸਤਿਕਾਰਯੋਗ ਬ੍ਰੇਨ ਔਨ TV ਦੇ ਸਰੋਤਾ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28 ਤਰੀਕ ਨੂੰ ਇਸੇ ਚੈਨਲ ਦੇ ਉੱਤੇ, ਬ੍ਰੇਨ ਔਨ TV ਦੇ ਉੱਤੇ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਭਾਸ਼ਾ ਦੇ ਉੱਤੇ ਇੱਕ ਇੰਟਰਵਿਊ ਦਿੱਤੀ ਸੀ ਇਹਨਾਂ ਨੂੰ। ਅੱਜ ਉਸੇ ਕੜੀ ਦੇ ਵਿੱਚ, ਉਹਦੀ ਕੰਟੀਨਿਊਟੀ ਦੇ ਵਿੱਚ, ਕਿਉਂਕਿ ਉਹ ਆਪਣੇ ਆਪ 'ਚ ਪੂਰਨ ਨਹੀਂ ਸੀ, ਇਨਕੰਪਲੀਟ ਸੀ, ਕਿਉਂਕਿ ਟਾਈਮ ਉਸ ਦੇ ਉੱਤੇ 32 ਮਿੰਟ ਲੱਗ ਚੁੱਕੇ ਸੀ। ਤੋ ਹੁਣ ਅੱਜ ਅਸੀਂ ਉਸ ਨੂੰ ਕੰਪਲੀਟ ਕਰਨ ਜਾ ਰਹੇ ਹਾਂ। ਹੋ ਸਕਦਾ ਇਸ ਦੇ ਵਿੱਚ ਥੋੜ੍ਹਾ ਬਹੁਤਾ ਵੱਧ ਟਾਈਮ ਲੱਗੇ ਉਸ ਨਾਲੋਂ, ਕਿਉਂਕਿ ਉਸ ਗੱਲ ਨੂੰ, ਉਸ ਥੀਸਿਸ ਨੂੰ, ਉਸ ਇੰਟਰਪ੍ਰੀਟੇਸ਼ਨ ਨੂੰ ਅਸੀਂ ਕੰਪਲੀਟ ਕਰਨਾ ਹੈਗਾ। ਹੁਣ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਗੁਰੂਆਂ ਦੀ ਜਿਹੜੀ ਬਾਣੀ ਹੈ, ਉਹ ਕੀ ਹੈ? ਉਹ ਰੈਵੀਲੇਸ਼ਨ ਹੈ, ਇਲਹਾਮ ਹੈ। ਗੁਰੂ ਨੂੰ ਇਲਹਾਮ ਹੋ ਰਿਹਾ, ਜੈਸੇ ਵੀ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਬਾਰ ਇਸ ਗੱਲ ਦਾ ਜ਼ਿਕਰ 3 ਗੁਰੂ ਸਾਹਿਬਾਨ ਬਾਣੀ ਦੇ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਨੂੰ ਕਰਦੇ ਆ। ਇਸ ਨੂੰ ਇਸ ਲਈ ਕਰਦੇ ਆ ਕਿ ਇਹ ਕਿਸੇ ਹਿਊਮਨ ਬੀਇੰਗ ਦੀ ਕ੍ਰੀਏਸ਼ਨ ਨਹੀਂ ਹੈ, ਇਹ ਕਿਸੇ ਹਿਊਮਨ ਮਾਈਂਡ 'ਚੋਂ ਨਿਕਲੀ ਹੋਈ ਵਿਚਾਰਧਾਰਾ ਨਹੀਂ ਹੈ। ਇਹ ਅਕਾਲ ਪੁਰਖ ਤੋਂ ਆਈ ਵੀ ਇੱਕ ਰੈਵੀਲੇਸ਼ਨ ਹੈ, ਇੱਕ ਇਲਹਾਮ ਹੈ ਗੁਰੂਆਂ ਨੂੰ। ਉਸ ਇਲਹਾਮ ਦੇ ਵਿੱਚ ਇਹ ਗੱਲ ਅਟਰ ਕਰ ਰਹੇ ਆ, ਇਹ ਗੱਲ ਕਹਿ ਰਹੇ ਆ, ਔਰ ਉਹ ਗੱਲ ਅੰਕਿਤ ਕੀਤੀ ਜਾ ਰਹੀ ਆ ਉਹਨੂੰ ਲਫ਼ਜ਼ਾਂ ਦੇ ਫਰੇਮਵਰਕ ਦੇ ਵਿੱਚ, ਔਰ ਫਿਰ ਜਿਹੜੀ ਪੋਥੀ ਆ ਉਸ ਦੇ ਵਿੱਚ ਉਸ ਨੂੰ ਅੰਕਿਤ ਕੀਤਾ ਜਾ ਰਿਹਾ। ਹੁਣ ਗੱਲ ਇਹ ਆ, ਆਪਾਂ ਪਹਿਲਾਂ ਦੱਸ ਚੁੱਕੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਭਾਸ਼ਾ, ਜੇ ਅਸੀਂ ਉਸ ਨੂੰ ਸਕ੍ਰਿਪਚਰ ਕਹੀਏ, ਉਹਦੇ ਫਰੇਮਵਰਕ 'ਚ ਨਹੀਂ ਆਉਂਦੀ। ਉਸ ਤੋਂ ਕਿਤੇ ਉੱਤੇ ਆ, ਉਸ ਤੋਂ ਕਿਤੇ ਵਿਲੱਖਣ ਆ, ਉਸ ਤੋਂ ਕਿਤੇ ਡਿਫਰੈਂਟ ਆ। ਇਹ ਸਾਡਾ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਹੈ। ਹੁਣ ਉਸ ਦੇ ਵਿੱਚ ਇੱਕ ਜਿਹੜਾ ਸ਼ਬਦ ਅੰਕਿਤ ਕੀਤਾ ਮਹਾਰਾਜ ਨੇ ਆਪ, ਪੋਥੀ ਪਰਮੇਸ਼ਰ ਕਾ ਥਾਨ, ਤੋ ਉਸ ਦੇ ਉੱਤੇ ਇੱਕ ਬਹੁਤ ਵੱਡਾ ਵਿਰੋਧ ਖੜਾ ਹੋ ਗਿਆ ਇਸਲਾਮ ਦਾ ਔਰ ਦੂਸਰੇ ਪਾਸੇ ਸਿੱਖਾਂ ਦਾ। ਤਾਂ ਜਿਹੜਾ ਇਸਲਾਮ ਹੈ ਉਸ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਹੈ
ਕਿ ਲਾਸਟ ਪ੍ਰੋਫਿਟ ਇਨ ਦੀ ਹਿਸਟਰੀ ਆਫ ਮੈਨਕਾइंड ਦੇ ਵਿੱਚ ਸਿਰਫ ਪ੍ਰੋਫਿਟ ਮੁਹੰਮਦ ਸਾਹਿਬ ਹੀ ਹੋਣਗੇ। ਉਸ ਤੋਂ ਇਲਾਵਾ ਉਸ ਤੋਂ ਬਾਅਦ ਕੋਈ ਹੋ ਨਹੀਂ ਸਕਦਾ। ਪਰ ਗੁਰੂ ਮਹਾਰਾਜ ਇਸ ਚੀਜ਼ ਨੂੰ ਕੰਟਰਾਡਿਕਟ ਕਰਦੇ ਹਨ ਕਿ ਅੱਜ ਵੀ ਗੁਰੂਆਂ ਦੇ ਕੰਟੈਂਪਰੇਰੀ ਪੀਰੀਅਡ ਦੇ ਵਿੱਚ ਵੀ ਬਹੁਤ ਸਾਰੇ ਐਸੇ ਸਪਿਰਿਚੁਅਲ ਬੀਇੰਗ ਹੈਗੇ ਆ, ਐਸੇ ਸੰਤ ਮਹਾਤਮਾ ਰੱਬ ਨੂੰ ਮੰਨਣ ਵਾਲੇ ਹੈਗੇ ਆ, ਜਿਨ੍ਹਾਂ ਦੇ ਕੋਲ ਗੁਰੂ ਦੀ ਰੱਬ ਦੀ ਪ੍ਰੈਜ਼ੈਂਸ ਜਿਹੜੀ ਆ ਉਹ ਉਸ ਨੂੰ ਰੀਅਲਾਈਜ਼ ਕਰਦੇ ਆ। ਔਰ ਉਹ ਮਹਾਰਾਜ ਕਹਿੰਦੇ ਆ ਵੀ ਇੱਥੇ ਹੀ ਨਹੀਂ, ਮੇਰੇ ਤੋਂ ਬਾਅਦ ਵੀ ਇਸ ਕਿਸਮ ਦੇ ਸਪਿਰਿਚੁਅਲ ਬੀਇੰਗ ਹੋਣਗੇ ਦੁਨੀਆ ਦੇ ਵਿੱਚ ਜਿਹੜੇ ਰੱਬ ਦੀ ਰੀਅਲਾਈਜੇਸ਼ਨ ਕਰਨਗੇ ਔਰ ਰੱਬ ਦੀ ਰੀਅਲਾਈਜੇਸ਼ਨ ਕਰਕੇ ਦੁਨੀਆ ਨੂੰ, ਮਨੁੱਖਤਾ ਨੂੰ, ਗਿਰੀ ਹੋਈ ਮਨੁੱਖਤਾ ਨੂੰ ਉੱਪਰ ਚੱਕਣਗੇ। ਤੋ ਇਹ ਇੱਕ ਬਹੁਤ ਬੜਾ ਕੰਟਰਾਡਿਕਸ਼ਨ ਹੈ ਕੁਰਾਨ ਦੇ ਨਾਲ, ਇਸਲਾਮ ਦੀ ਵਿਚਾਰਧਾਰਾ ਦੇ ਨਾਲ। ਤੋ ਦੁਨੀਆ ਦੇ ਵਿੱਚ ਜੇ ਕੋਈ ਆਦਮੀ ਇਸਲਾਮਿਕ ਵਰਲਡ ਦੇ ਵਿੱਚ ਇਹ ਕਹੇ ਕਿ ਮੈਂ ਸਪਿਰਿਚੁਅਲ ਮੈਨ ਹਾਂ, ਮੈਂ ਰੱਬ ਬਾਰੇ ਗੱਲ ਕਰ ਸਕਦਾ, ਮੈਨੂੰ ਸਪਿਰਿਚੁਅਲਿਟੀ ਦੀ ਅਹਿਸਾਸ ਹੈ, ਤਾਂ ਉਸ ਦਾ ਸਿਰਫ ਤੇ ਸਿਰਫ ਇਹੀ ਹੈ ਵੀ ਉਸ ਨੂੰ ਕਤਲ ਕੀਤਾ ਜਾ ਸਕਦਾ, ਹੋਰ ਕੋਈ ਰਸਤਾ ਨਹੀਂ ਉਸਦਾ। ਗੁਰੂ ਉਸ ਤੋਂ ਵੀ ਵੱਧ ਕੇ ਗੱਲ ਕਰ ਰਹੇ ਆ ਕਿ ਪੋਥੀ ਪਰਮੇਸ਼ਰ ਕਾ ਥਾਨ। ਤੋ ਕਨਫਲਿਕਟ ਸਿੱਖੀਜ਼ਮ ਦੇ ਵਿੱਚ, ਸਿੱਖ ਲੀਡਰਸ਼ਿਪ ਦੇ ਵਿੱਚ, ਸਿੱਖ ਗੁਰੂ ਸਾਹਿਬਾਨ ਦੇ ਵਿੱਚ ਤੇ ਜਿਹੜੀ ਉਸ ਵੇਲੇ ਦੀ ਇਸਲਾਮਿਕ ਸਟੇਟ ਆ ਉਸ ਦੇ ਵਿੱਚ ਇਨਐਵਿਟੇਬਲ ਹੈ। ਤੋ ਬਹੁਤ ਸਾਰੇ ਇਤਿਹਾਸਕਾਰ ਜਦੋਂ ਇਹ ਸਟੱਡੀ ਕਰਦੇ ਆ ਕਿ ਕਿਹੜੇ ਕਾਰਨ ਸੀ ਜਿਨ੍ਹਾਂ ਕਾਰਨਾਂ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਪੰਜਵੇਂ ਪਾਤਸ਼ਾਹ ਆ ਉਹਨਾਂ ਨੇ ਸ਼ਹਾਦਤ ਦਿੱਤੀ, ਤਾਂ ਮੇਰੀ ਸਮਝ ਦੇ ਵਿੱਚ ਇੱਕ ਹੀ ਕਾਰਨ ਹੈ ਕਿ ਉਹਨਾਂ ਨੇ ਇਹ ਗੱਲ ਐਸਟੈਬਲਿਸ਼ ਕੀਤੀ, ਗੁਰੂ ਸਾਹਿਬਾਨ ਨੇ, ਜਿਹੜੀ ਬਾਣੀ ਦੇ ਵਿੱਚ ਅੰਕਿਤ ਆ, ਜਿਸ ਦੇ ਉੱਤੇ ਕੋਈ ਕਿੰਤੂ ਪਰੰਤੂ ਹੋ ਨਹੀਂ ਸਕਦਾ। ਔਰ ਇਹ ਚੀਜ਼ ਕਬੂਲ ਨਹੀਂ ਸੀ, ਇਹ ਚੀਜ਼ ਕਿਸੇ ਕੀਮਤ ਦੇ ਉੱਤੇ ਇਸਲਾਮਿਕ ਸਟੇਟ ਨੂੰ ਕਬੂਲ ਨਹੀਂ ਸੀ। ਉਹ ਇਸ ਚੀਜ਼ ਨੂੰ ਕਿਸੇ ਵੀ ਕੀਮਤ 'ਤੇ ਐਕਸੈਪਟ ਨਹੀਂ ਸੀ ਕਰ ਸਕਦੇ। ਹੁਣ ਦੂਜੇ ਪਾਸੇ ਉਸ ਵੇਲੇ ਜਿਹੜਾ ਦੂਜਾ ਪ੍ਰਚਲਿਤ ਧਰਮ ਇਸ ਮੁਲਕ ਦੇ ਵਿੱਚ ਰਹਿ ਰਿਹਾ ਉਹ ਹੈ ਹਿੰਦੂਇਜ਼ਮ। ਤਾਂ ਇਸਲਾਮ ਤੇ ਹਿੰਦੂਇਜ਼ਮ ਦੀ ਦੋਨਾਂ ਦੀ ਕੋਲੀਸ਼ਨ ਹੋ ਜਾਂਦੀ ਹੈ, ਦੋਨਾਂ ਦੀ ਅੰਡਰਸਟੈਂਡਿੰਗ ਹੋ ਜਾਂਦੀ ਹੈ ਅਗੇਂਸਟ ਗੁਰੂ ਅਰਜਨ ਦੇਵ ਮਹਾਰਾਜ, ਅਗੇਂਸਟ ਸਿੱਖੀਜ਼ਮ, ਅਗੇਂਸਟ ਜੋ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋ ਉੱਥੇ ਮਹਾਰਾਜ ਲੈ ਕੇ ਆਏ, ਉੱਥੇ ਰੱਖੀ, ਸਥਾਪਿਤ ਕੀਤੀ। ਤੋ ਇਹ ਚੀਜ਼ ਜਿਹੜੀ ਹੈ ਇੱਕ ਬਹੁਤ ਬੜੀ ਗੱਲ ਹੈ ਔਰ ਇੱਕ ਬੜਾ ਵੱਡਾ ਮੀਲ ਪੱਥਰ ਹੈ ਔਰ ਉਸ ਦੇ ਉੱਤੇ ਸ਼ਹਾਦਤ ਦਿੱਤੀ ਜਾ ਰਹੀ ਹੈ। ਔਰ ਉਹ ਸ਼ਹਾਦਤ ਜਦੋਂ ਮਹਾਰਾਜ ਦੇ ਰਹੇ ਆ ਤਾਂ ਉਹਨਾਂ ਦੇ ਚਿਹਰੇ 'ਤੇ, ਉਹਨਾਂ ਦੀ ਮਾਨਸਿਕਤਾ 'ਤੇ, ਉਹਨਾਂ ਦੇ ਬੋਡੀ ਦੇ ਉੱਤੇ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ, ਕਿਸੇ ਕਿਸਮ ਦਾ ਕੋਈ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਮੈਨੂੰ ਕੋਈ ਡਰ ਆ। ਉਹ ਇਹੀ ਕਹਿ ਰਹੇ ਆ ਕਿ ਮੈਂ ਸੱਚ ਦੇ ਨਾਂ ਦੇ ਉੱਤੇ, ਰੱਬ ਦੇ ਨਾਂ ਦੇ ਉੱਤੇ, ਰੱਬ ਦੀ ਸੱਚਾਈ ਦੇ ਉੱਤੇ ਸ਼ਹਾਦਤ ਦੇ ਰਿਹਾ। ਜਦੋਂ ਲਾਟਾਂ ਚੱਲ ਰਹੀਆਂ ਤਾਂ ਮਹਾਰਾਜ ਉਹਨਾਂ ਲਾਟਾਂ ਦੇ ਵਿੱਚੋਂ ਕੀ ਦੇਖ ਰਹੇ ਆ ਕਿ ਮੇਰੀ ਇੱਕ ਐਸੀ ਕੌਮ ਮੈਨੂੰ ਨਜ਼ਰ ਆ ਰਹੀ ਆ ਜਿਹੜੀ ਇਸ ਗੱਲ ਦੇ ਉੱਤੇ ਲਗਾਤਾਰ ਪਹਿਰਾ ਦਿੰਦੀ ਚਲੀ ਜਾਏਗੀ। ਅੱਜ ਸਾਰੀ ਦੁਨੀਆ ਦਾ ਵਿਰੋਧ ਸਿੱਖਾਂ ਦੇ ਨਾਲ ਆ, ਮਾਫ ਕਰਨਾ, ਇਸੇ ਇਸ਼ੂ ਦੇ ਉੱਤੇ ਹੈ ਕਿ ਸਾਡੇ ਕੋਲ ਇੱਕ ਇਸ ਕਿਸਮ ਦਾ ਗ੍ਰੰਥ ਹੈ ਜਿਹਦੀ ਅਥੈਂਟਿਸਿਟੀ ਹੈ, ਜਿਹਦੀ ਆਥਰਸ਼ਿਪ ਹੈ, ਜਿਸ ਦੀ ਇੰਟੈਗਰਿਟੀ ਹੈ ਔਰ ਉਹ ਉਸੇ ਤਰੀਕੇ ਨਾਲ ਮਕੂਲ ਆ। ਔਰ ਜਿਸ ਤਰ੍ਹਾਂ ਮੈਂ ਕੱਲ੍ਹ ਆਪ ਨੂੰ ਦੱਸਿਆ ਸੀ ਕਿ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਹੈ ਇਹ ਓਰਲ ਟ੍ਰੈਡੀਸ਼ਨ 'ਤੇ ਲਿਖਿਆ ਹੋਇਆ ਨਹੀਂ ਹੈ, ਇਸ ਰਿਟਨ ਟ੍ਰੈਡੀਸ਼ਨ ਦੇ ਵਿੱਚ ਹੈ, ਲਿਖਿਆ ਹੋਇਆ, ਅੰਕਿਤ ਹੈ, ਸ਼ਬਦਾਂ ਦੇ ਵਿੱਚ ਹੈ ਔਰ ਉਸੇ ਤਰੀਕੇ ਨਾਲ ਮਕੂਲ ਆ, ਉਸੇ ਤਰੀਕੇ ਦੇ ਨਾਲ ਸਾਨੂੰ ਉਹ ਅਵੇਲੇਬਲ ਹੈ। ਤੋ ਇਹ ਚੀਜ਼ ਦਾ ਇੱਕ ਮਤਲਬ ਵਿਰੋਧਾਭਾਸ ਸ਼ੁਰੂ ਹੋ ਗਿਆ ਇਸਲਾਮਿਕ ਸਟੇਟ ਦਾ ਤੇ ਗੁਰੂ ਸਾਹਿਬਾਨ ਦਾ। ਤੋ ਚਲਦੇ ਚਲਦੇ ਦੇਖੋ ਅੱਗੇ ਜਾ ਕੇ ਗੁਰੂ ਹਰਗੋਬਿੰਦ ਮਹਾਰਾਜ ਜਿਹੜੇ ਜਾਨਸ਼ੀਨ ਗੁਰੂ ਅਰਜਨ ਦੇਵ ਮਹਾਰਾਜ ਦੇ, ਉਹਨਾਂ ਦੇ ਬੇਟੇ ਵੀ ਆ, ਉਹਨਾਂ ਨੂੰ ਵੀ
ਗਵਾਲੀਅਰ ਦੀ ਜੇਲ੍ਹ ਦੇ ਵਿੱਚ ਜਾਣਾ ਪਿਆ। ਲੇਕਿਨ ਬੜੀ ਕਮਾਲ ਦੀ ਗੱਲ ਹੈ, ਬੜੀ ਹੈਰਾਨਜਨਕ ਗੱਲ ਹੈ ਕਿ ਇਤਨੇ ਛੋਟੇ ਅਰਸੇ ਦੇ ਵਿੱਚ ਕਿਤਨਾ ਜ਼ਬਰਦਸਤ ਇੰਪੈਕਟ ਆ ਆਮ ਲੋਕਾਂ ਦੇ ਉੱਤੇ ਸਿੱਖੀ ਵਿਚਾਰਧਾਰਾ ਦਾ। ਔਰ ਇਸੇ ਤਰੀਕੇ ਨਾਲ ਜਿਹੜੀ ਪੋਥੀ ਆ ਉਸ ਦਾ ਕਿਸ ਕਿਸਮ ਦੇ ਨਾਲ ਇੱਕ ਮੈਜੀਕਲ ਇੰਪੈਕਟ ਆ ਲੋਕਾਂ ਦੇ ਉੱਤੇ ਕਿ ਲੋਕ ਉਸ ਦੇ ਕਲਾਵੇ ਵਿੱਚ ਤੁਰੇ ਆ ਰਹੇ ਆ। ਕਿਸ ਤਰੀਕੇ ਨਾਲ ਤੁਰੇ ਆ ਰਹੇ ਆ? ਗਵਾਲੀਅਰ ਦੇ ਕਿਲੇ ਦੇ ਵਿੱਚ 6ਵੇਂ ਪਾਤਸ਼ਾਹ ਕੈਦ ਆ, ਤਾਂ ਜੱਥੇ ਜਾ ਰਹੇ ਆ ਰੋਜ਼ਾਨਾ, ਔਰ ਉਹ ਉੱਥੇ ਪੀਸਫੁਲ ਪ੍ਰੋਟੈਸਟ ਕਰ ਰਹੇ ਆ। ਔਰ ਜਿਹੜੀਆਂ ਉਸ ਗਵਾਲੀਅਰ ਦੇ ਕਿਲੇ ਦੀਆਂ ਬਾਹਰਲੀਆਂ ਦੀਵਾਰਾਂ ਵੱਡੀਆਂ ਵੱਡੀਆਂ ਜਿਹੜੀਆਂ ਕਿੰਨੀਆਂ ਤਾਕਤਵਰ ਹੁੰਦੀਆਂ, ਉਹਨਾਂ ਨੂੰ ਚੁੰਮ ਕੇ ਆ ਰਹੇ ਆ, ਉਹਨਾਂ ਨੂੰ ਮੱਥਾ ਟੇਕ ਕੇ ਆ ਰਹੇ ਆ, ਉਹਨਾਂ ਨੂੰ ਸਮਰਪਿਤ ਹੋ ਕੇ ਆ ਰਹੇ ਆ ਕਿ ਇੱਥੇ ਸਾਡਾ ਗੁਰੂ ਹੈ, ਇਸ ਕਿਲੇ ਦੇ ਅੰਦਰ ਸਾਡਾ ਗੁਰੂ ਕੈਦ ਹੈ। ਇਸ ਨੂੰ ਮੁਖਾਤਿਬ ਹੋ ਕੇ ਉਹ ਚੱਲੇ ਆ ਰਹੇ ਆ, ਉਹ ਪ੍ਰੋਟੈਸਟ ਕੰਟੀਨਿਊ ਕਰ ਰਿਹਾ। ਕਿੱਥੋਂ ਆ ਗਏ ਉਹ ਲੋਕ? ਕਿਵੇਂ ਆ ਗਏ ਉਹ ਲੋਕ? ਕਿਵੇਂ ਉਹ ਪ੍ਰਭਾਵਿਤ ਹੋ ਗਏ? ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਬੜੀ ਅਜੀਬੋ ਗਰੀਬ ਗੱਲ ਹੈ। ਇੱਕ ਐਸਾ ਫਿਨੋਮੀਨਾ ਹੈ ਜਿਹਨੂੰ ਇਤਿਹਾਸਕਾਰ ਸਮਝ ਨਹੀਂ ਸਕਦਾ, ਨਾ ਇਤਿਹਾਸਕਾਰ ਉਸ ਨੂੰ ਬਿਆਨ ਕਰ ਸਕਦਾ। ਲੇਕਿਨ ਇਹ ਕਲਾ ਹੈ ਗੁਰੂ ਦੀ, ਇਹ ਗੁਰੂ ਦਾ ਮੈਂ ਸਮਝਦਾ ਇੱਕ ਮਿਰੇਕਲ ਆ। ਔਰ ਉਸ ਬਾਣੀ ਦੀ ਇੱਕ ਸ਼ਕਤੀ ਹੈ ਜਿਸ ਨੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਮੋਲਡ ਕਰਕੇ ਉਹਨਾਂ ਨੂੰ ਮੋਟੀਵੇਟ ਕਰ ਦਿੱਤਾ। ਔਰ ਉਹ ਲਗਾਤਾਰ ਪ੍ਰੋਟੈਸਟ ਕਰ ਰਹੇ ਆ, ਚਾਹੇ ਉਹ ਪ੍ਰੋਟੈਸਟ ਵਾਇਲੈਂਟ ਨਹੀਂ ਹੈ, ਲੇਕਿਨ ਉਹ ਪ੍ਰੋਟੈਸਟ ਕਰ ਰਹੇ ਆ ਕਿੱਡੀ ਬੜੀ ਸਟਰੋਂਗ ਸਟੇਟ ਦੇ ਖਿਲਾਫ ਜਿਹੜੀ ਟੋਟਲੀ ਆਟੋਕ੍ਰੈਟਿਕ ਹੈ। ਔਰ ਉਸ ਪ੍ਰੋਟੈਸਟ ਦੇ ਅੱਗੇ ਜਾ ਕੇ ਜਦੋਂ ਗਵਾਲੀਅਰ ਤੋਂ ਮਹਾਰਾਜ ਬਾਹਰ ਆਉਂਦੇ, ਉੱਥੇ ਜੋ ਅਲਾਇੰਸ ਉਸ ਦੀ ਮੈਂ ਇਤਿਹਾਸ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਤਾਂ ਕੀ ਹੈ ਅੱਗੇ ਜਾ ਕੇ ਆਪਾਂ ਦੇਖੀਏ, ਮੁਗਲਾਂ ਦੇ ਨਾਲ ਲਗਾਤਾਰ ਕਲੈਸ਼ ਤੇ ਕੌਨਫਲਿਕਟ ਹੈ, ਜਿਸ ਦੇ ਵਿੱਚ ਜਿਹੜੀ ਵਿੱਚ ਵਿਚਾਰਧਾਰਾ, ਸਿੱਖੀ ਵਿਚਾਰਧਾਰਾ ਦਾ ਕੌਨਫਲਿਕਟ ਹੈ। ਸਿੱਖਾਂ ਦੇ ਜਿਹੜੇ ਮੂਲ ਆਈਡੀਅਲਸ ਹੈ ਉਹਨਾਂ ਦਾ ਕੌਨਫਲਿਕਟ ਹੈ ਇਸਲਾਮ ਦੇ ਨਾਲ, ਉਹ ਲਗਾਤਾਰ ਤੁਰਦਾ ਆ ਰਿਹਾ। ਇਸਲਾਮਿਕ ਸਟੇਟ ਤੋਂ ਬਾਅਦ ਜਿਹੜੇ ਅੰਗਰੇਜ਼ ਗੋਰੇ ਆਉਂਦੇ ਇਸ ਖਿੱਤੇ ਦੇ ਵਿੱਚ, ਗੋਰਿਆਂ ਦਾ ਉਹੀ ਕੌਨਫਲਿਕਟ ਹੈ, ਉਹੀ ਕਲੈਸ਼ ਹੈ, ਉਹੀ ਕਨਫਲਿਕਟ ਹੈ। ਕਿਉਂਕਿ ਗੋਰੇ ਵੀ ਸਮਝਦੇ ਆ ਕਿ ਜਿਹੜੇ ਇਹਨਾਂ ਦੇ ਕੋਲ ਜਿਹੜੀ ਬੀੜ ਹੈ, ਇਹਨਾਂ ਕੋਲ ਜਿਹੜਾ ਗੁਰੂ ਗ੍ਰੰਥ ਹੈ, ਉਸ ਦੇ ਵਿੱਚ ਕੋਈ ਪੋਟੈਂਸ਼ੀਅਲ ਹੈ, ਉਸ ਦੇ ਵਿੱਚ ਇੱਕ ਕੌਮ ਛਿਪੀ ਹੋਈ ਹੈ, ਉਸ ਦੇ ਵਿੱਚ ਇੱਕ ਵਿਚਾਰਧਾਰਾ ਹੈ, ਜਿਹੜੀ ਵਿਚਾਰਧਾਰਾ ਮਨੁੱਖਤਾ ਦੀ ਵਿਚਾਰਧਾਰਾ ਹੈ, ਜਿਹੜੀ ਗਰੀਬਾਂ ਨੂੰ ਉਠਾਉਣ ਦੀ ਵਿਚਾਰਧਾਰਾ ਹੈ। ਤਾਂ ਉਹਨਾਂ ਦਾ ਕਨਫਲਿਕਟ ਸ਼ੁਰੂ ਹੋ ਜਾਂਦਾ। ਅੱਜ ਇੰਡੀਅਨ ਸਟੇਟ ਹਿੰਦੂਆਂ ਦੇ ਕਬਜ਼ੇ ਦੇ ਵਿੱਚ ਹੈ। ਅੱਜ ਵੀ ਸਾਡੇ ਨਾਲ ਉਸੇ ਕਿਸਮ ਦਾ ਵਿਰੋਧ ਇਸੇ ਇਸ਼ੂ ਦੇ ਉੱਤੇ ਕਿ ਤੁਸੀਂ ਮੰਨ ਜਾਵੋ, ਤੁਸੀਂ ਇਹ ਕਹਿ ਦਿਓ ਕਿ ਤੁਸੀਂ ਹਿੰਦੂਆਂ ਦਾ ਹਿੱਸਾ ਹੋ, ਯੂ ਆਰ ਏ ਸੈਕਟ ਆਫ ਹਿੰਦੂਇਜ਼ਮ। ਇਸੇ ਚੀਜ਼ ਦੇ ਜੇ ਤੁਸੀਂ ਇਹ ਗੱਲ ਕਹਿ ਦੋਗੇ ਤਾਂ ਤੁਹਾਡੇ 'ਤੇ ਕਿਸੇ ਕਿਸਮ ਦਾ ਵਿਤਕਰਾ, ਤੁਹਾਡੇ 'ਤੇ ਕਿਸੇ ਕਿਸਮ ਦਾ ਤਸ਼ੱਦਦ, ਤੁਹਾਡੇ 'ਤੇ ਕਿਸੇ ਕਿਸਮ ਦਾ ਜ਼ੁਲਮ ਨਹੀਂ ਹੋਏਗਾ। ਲੇਕਿਨ ਜੇ ਨਾ ਕਰੋਗੇ, ਅਨਰਿਟਨ ਵਰਡ ਹੈ, ਅਨਸਪੋਕਨ ਵਰਡ ਹੈ, ਬਟ ਇਟ ਇਜ਼ ਐਪਲੀਕੇਬਲ। ਤਾਂ ਅੱਜ ਵੀ ਕੀ ਹੋਇਆ ਕਿ ਇੱਕ ਕੋਲੀਸ਼ਨ ਬਣ ਰਹੀ ਆ ਵਰਲਡ ਓਵਰ। ਕੌਣ ਉਸ ਦੇ ਵਿੱਚ ਸ਼ਾਮਿਲ ਆ? ਜਿਸ ਤਰ੍ਹਾਂ ਮੈਂ ਆਪ ਨੂੰ ਬੇਨਤੀ ਕਰ ਰਿਹਾ, ਇਸਲਾਮ ਉਸ ਦੇ ਵਿੱਚ ਸ਼ਾਮਿਲ ਹੈ, ਹਿੰਦੂਇਜ਼ਮ ਉਸ ਦੇ ਵਿੱਚ ਸ਼ਾਮਿਲ ਹੈ, ਕ੍ਰਿਸਚੈਨਿਟੀ ਉਸ ਦੇ ਵਿੱਚ ਸ਼ਾਮਿਲ ਆ, ਅਤੇ ਹੋਰ ਵੀ ਦੂਜੇ ਜਿਹੜੇ ਧਰਮ ਹੈਗੇ ਉਹ ਵੀ ਉਸ ਦੇ ਵਿੱਚ ਉਸ ਕੋਲੀਸ਼ਨ ਦਾ ਪਾਰਟ ਹੈ। ਕਿਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਔਥੈਂਟਿਸਿਟੀ, ਇੰਟੈਗਰਿਟੀ ਹੈ ਜਿਹੜੀ, ਉਸ ਨੂੰ ਕਿਸੇ ਤਰੀਕੇ ਨਾਲ ਡਿਸਟਰੋਏ ਕਰ ਦਿੱਤਾ ਜਾਵੇ, ਉਸ ਨੂੰ ਖਤਮ ਕਰ ਦਿੱਤਾ ਜਾਵੇ। ਹੁਣ ਇਸ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਵੀ ਅੱਜ ਵੀ ਮੈਂ 1966, 1964, 65 ਦੀ ਗੱਲ ਕਰ ਰਿਹਾ। ਉਸ ਵੇਲੇ ਇੱਕ ਕਿਤਾਬ, ਇੱਕ ਆਥਰ ਆਉਂਦਾ, ਉਹ ਕ੍ਰਿਸਚਨ ਮਿਸ਼ਨਰੀ ਹੈ, ਉਹ ਨਿਊਜ਼ੀਲੈਂਡ ਦਾ ਰਹਿਣ ਵਾਲਾ ਕ੍ਰਿਸਚਨ ਮਿਸ਼ਨਰੀ ਆ। ਉਹ ਇਸ ਮੁਲਕ ਦੇ ਵਿੱਚ, ਪੰਜਾਬ ਦੇ ਵਿੱਚ ਆਉਂਦਾ, ਹਿੰਦੁਸਤਾਨ ਦੇ ਵਿੱਚ ਆਉਂਦਾ, ਅਤੇ ਉਹ ਬਟਾਲੇ ਚਲੇ ਜਾਂਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਟਾਲਾ ਇੱਕ ਬਹੁਤ ਬੜਾ ਹੈੱਡਕੁਆਟਰ ਹੈ ਕ੍ਰਿਸਚੈਨਿਟੀ। ਉੱਥੇ ਕ੍ਰਿਸਚਨ ਸਕੂਲ, ਕਾਲਜ ਵੀ ਹੈ ਬਟਾਲਾ ਦੇ ਵਿੱਚ। ਤੋ ਉਸ ਜਗ੍ਹਾ ਦੇ ਉੱਤੇ ਰਹਿ ਕੇ ਉਹ ਇਸ ਕਿਸਮ ਦੀ ਕਨਸਪੀਰੇਸੀ ਘੜਦਾ, ਇਸ ਕਿਸਮ ਦੀ ਸਾਜ਼ਿਸ਼ ਘੜਦਾ
कि इस किस्म का लिटरेचर, इस किस्म की हिस्टोरियोग्राफी, इस किस्म का इतिहास लिखा जाए, इस किस्म का मतलब सिरजना की जाए लिटरेचर दे विच, जिस दे नाल लोकां दा विश्वास, लोकां दा जो फेथ है, लोकां दा जो बिलीफ है श्री गुरु ग्रंथ साहब के, खास तौर पर सिखां दा, सिख कम्यूनिटी का, टुट जाए किसी ना किसी तरीके नाल। वो टुटेगा तां ही जदों सिख ये गल एक्सैप्ट कर लैन कि साडी जिहड़ी श्री गुरु ग्रंथ साहब उहदी कोई ऑथेंटिसिटी नहीं, उहदी कोई इंटैग्रिटी नहीं, उहदी कोई ऑथरशिप नहीं, उहदी कोई डेटिंग नहीं। ये बहुत इंपॉर्टेंट गल जो मैं कह रहा आप जी नूं, क्योंकि मैं इस दे विच दी गुजरिया होया। तां की गल है, ਉਹ किताबां लिखदा, ਉਹ किताबां बहुत ਵੱਡੀਆਂ यूनीवर्सिटी तो छपदियां। ऑक्सफोर्ड यूनीवर्सिटी पहली ਉਹਦੀ किताब ऑक्सफोर्ड यूनीवर्सिटी 'ਚ छपदी है। किताब का टाइटल है द सिख रिलीजन, गुरु नानक एंड द सिख रिलीजन। बायोग्राफी है गुरु नानक की उस दे मुताबिक। और उस तो बाद वो की कर रहा कि जिहड़े सिख रिलीजन की इंटरप्रटेशन दे रहा, वो की कह रहा, एक गल वो पहला कह रहा भी सिखिज़म जिहड़ा है वो सनातन हिंदूइज़म दे विचों निकलिया होया, एक आर्गूमेंट वो कहंदा। दूसरी आर्गूमेंट फिर वो कहंदा भी जे ये नहीं चलदी तो सिनक्रेटिज़म है। मैं उसका मतलब तुहानूं दसदा, अंग्रेजी का लफ्ज़ है सिनक्रेटिज़म। सिनक्रेटिज़म हुंदा किसी दो चीज़ों नूं मिलावट कर लो, दो या तीन या चार चीज़ों की मिलावट कर लो, और उस मिलावट दे विचों तुसीं एक तीजी चीज़ पैदा कर दिओ। जिहड़ा WH मैकलोड है वो एक गल कह रहा कि सिखिज़म बाई प्रोडक्ट है दो डिफरेंट धर्मां दी, एक हैगा हिंदूइज़म, एक हैगा इस्लाम। तो जे पहली दलील नहीं चलती तो दूजी तुहाडे कोल हैगी आ। बहुत खूबसूरत इंग्लिश दे विच बहुत वड्डियां यूनीवर्सिटियां ਦੀਆਂ ਜਿਹੜੀਆਂ ਪਬਲੀਕੇਸ਼ਨਸ ਆ ਉਹਨਾਂ ਦੇ ਨਾਲ ਅੱਗੇ ਲੈ ਕੇ ਜਾ ਰਿਹਾ। तो सारे जिन्ने भी एकेडमिक वर्ल्ड है कंसरनिंग सिख कम्यूनिटी, कंसरनिंग इंडिया, वो सारी दुनिया दे विच उस दियां राइटिंग्स वावरोला खड़ा करदियां। हुण वो वावरोले दे विचों देखो गुरु आप किस तरीके दे नाल, किन्नी शिद्दत दे नाल, किन्नी कमिटमेंट दे नाल, किन्नी ईमानदारी दे नाल गुरु ग्रंथ साहब की जिहड़ी इंटैग्रिटी है उस दे उत्ते पहरा दिंदे और किस कीमत ते पहरा दिंदे। देखो की गल है कि गुरु हरगोबिंद महाराज अपनी पिछली उम्र दे विच जदों कीरतपुर साहब दे विच बैठे आ तो वो अपने ਜਿਹੜੇ ਉਹਨਾਂ ਦੇ शिष्य आ सिख आ ਉਹਨਾਂ ਨੂੰ ਭੇਜਦੇ ਆ ਕਰਤਾਰਪੁਰ ਦੇ ਵਿੱਚ। ਆਪ ਕੀਰਤਪੁਰ ਦੇ ਵਿੱਚ ਬੈਠੇ ਆਨੰਦਪੁਰ ਸਾਹਿਬ ਦੇ ਕੋਲ, ਜੋ ਕੀਰਤਪੁਰ ਆ ਜਿੱਥੇ ਸਿੱਖ ਆਪਣਾ ਫੁੱਲ ਪਾਉਂਦੇ ਆ, ਉਹ ਆਪਣੇ ਗ੍ਰੈਂਡਸਨ ਦੇ ਕੋਲ ਜਿਸ ਦਾ ਨਾਮ ਧੀਰਮਲ ਆ, ਉਸ ਦੇ ਕੋਲ ਬੀੜ ਹੈ ਜਿਹੜੀ ਰਚੀ ਗਈ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਗਰਾਨੀ ਹੇਠ। ਉਸ ਦੇ ਕੋਲ ਬੰਦੇ ਭੇਜਦੇ ਆ ਵੀ ਮੈਨੂੰ ਬੀੜ ਦੇ ਦਿਓ, मैं बीड़ का अध्ययन करना चाहना, मेरी पुरानी उम्र है और मैं उस दे विचों सोलेस लेना चाहना, उस दे विचों मैं अपनी मानसिकता दे लई सैटिस्फैक्शन करनी चाहना। तो धीरमल उसनूं हैंड ओवर नहीं करते। धीरमल गुरु अर्जन देव महाराज के ग्रैंडसन आ, पोते है। तो वो कहते भी मैं बीड़ नहीं हो देनी। तो महाराज एक हुक्मनामा जारी करते हैं, ਜਿਹੜੇ ਗੁਰੂ ਹਰਗੋਬਿੰਦ ਮਹਾਰਾਜ ਆ ਹੁਕਮਨਾਮਾ ਜਾਰੀ ਕਰਦੇ ਆ ਕਿ ਧੀਰਮਲ ਇਹ ਜਿਹੜੀ ਬੀੜ ਆ ਇਹ ਮਾਨਵਤਾ ਦੀ ਵਿਰਾਸਤ ਆ, ਕਿਸੇ ਪਰਿਵਾਰ ਦੀ ਪੋਜੈਸ਼ਨ ਨਹੀਂ ਹੈ, ਕਿਸੇ ਪਰਿਵਾਰ ਦੀ ਕਿਸੇ ਪਰਿਵਾਰ ਦੀ ਮਲਕੀਅਤ ਨਹੀਂ ਹੈ। ਇਹ ਸਾਰੀ ਮਾਨਵਤਾ ਦੀ ਇੱਕ ਹੈਰੀਟੇਜ ਹੈ ਔਰ ਇਸ ਦੇ ਉੱਤੇ ਕਿਸੇ ਇੱਕ ਪਰਿਵਾਰ ਦਾ, ਕਿਸੇ ਇੱਕ ਖਿੱਤੇ, ਕਿਸੇ ਇੱਕ ਲੋਕਾਂ ਦਾ ਕੋਈ ਕਬਜ਼ਾ ਨਹੀਂ ਹੋ ਸਕਦਾ, ਕਿਉਂਕਿ ਇਹ ਲਿਖੀ ਗਈ सारी मनुखता नूं एड्रैस करके लिखी गई है। ये इलाही बाणी है, ये रिवील्ड वर्ड है, रब का शब्द है। तो रब का शब्द किसी एक परिवार के तले हो नहीं सकता, किसी एक कम्यूनिटी लिए नहीं हो सकता, किसी एक खिते लिए नहीं हो सकता। तो मैं ये हुक्मनामा जारी कर रहा, गुरु हरगोबिंद महाराज लिखते हैं कि धीरमल दियां आउण वालियां पीढ़ियां हमेशा लिए पंथ विचों खारज कर दित्तियां गईयां, क्योंकि उन्होंने जिहड़ी भीड़ है उसके उत्ते जाती तौर पर, परिवारिक तौर के उत्ते कब्जा कर लिया।
ਤੇ ਗੁਰੂ ਨੂੰ ਵੀ ਉਹ ਬੀੜ ਦੇਣੋਂ ਮੁਨਕਰ ਹੋ ਗਏ, ਕਿਉਂਕਿ ਬੀੜ ਦੇ ਉੱਤੇ ਉਸ ਵੇਲੇ ਤੱਕ ਚੜਾਵਾ ਚੜ੍ਹਨਾ ਸ਼ੁਰੂ ਹੋ ਗਿਆ ਸੀ। ਧੀਰ ਵੱਲ ਨੂੰ ਲਾਲਚ ਸੀ, ਜੇ ਮੈਂ ਬੀੜ ਆਪਣੇ ਦਾਦਾ ਜੀ ਨੂੰ ਦੇ ਦਿੱਤੀ ਗੁਰੂ ਹਰਗੋਬਿੰਦ ਮਹਾਰਾਜ ਨੂੰ, ਤਾਂ ਜਿਹੜਾ ਇਸ ਦੇ ਉੱਤੇ ਚੜਾਵਾ ਚੜ੍ਹਦਾ ਉਹ ਜਾਂਦਾ ਰਹੇ, ਜਿਸ ਤਰ੍ਹਾਂ ਅੱਜ ਕੱਲ੍ਹ ਵੀ ਹੋ ਰਿਹਾ ਹੈ। ਤੋ ਖੈਰ ਮੈਂ ਉਸ ਦੀ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਇਹ ਬਹੁਤ ਵੱਡੀ ਗੱਲ ਹੈ। ਮੈਂ ਸਮਝਦਾ, ਦੇਖੋ ਗੁਰੂ ਦੀ ਕਮਿਟਮੈਂਟ, ਗੁਰੂ ਹਰਗੋਬਿੰਦ ਮਹਾਰਾਜ ਦੀ ਕਿਤਨੀ ਬੜੀ ਸ਼ਖਸੀਅਤ ਹੈ, ਕਿਤਨਾ ਬੜੀ ਉਹਨਾਂ ਦੀ ਪਰਸਨੈਲਿਟੀ ਹੈ। ਆਪਣੇ ਪਰਿਵਾਰ ਦੇ ਵਿੱਚ ਆਪਣੇ ਪੋਤੇ ਤੇ ਆਉਣ ਵਾਲੀਆਂ ਜਿਨਸਾਂ ਨੂੰ ਪੰਥ ਵਿੱਚੋਂ ਛੇਕ ਰਹੇ। ਕਿਸ ਕਰਕੇ ਛੇਕ ਰਹੇ ਆ? ਕਿ ਦੱਸਣ ਲਈ, ਇਹ ਮੈਸੇਜ ਦੇਣ ਲਈ, ਇਹ ਦੁਨੀਆ ਨੂੰ ਸਮਝਾਉਣ ਦੇ ਲਈ ਕਿ ਜਿਹੜੀ ਇਹ ਬੀੜ ਹੈ, ਜਿਹੜੀ ਇਹ ਪੋਥੀ ਹੈ, ਜਿਹੜਾ ਇਹ ਗ੍ਰੰਥ ਹੈ, ਕਿਸੇ ਇੰਡੀਵਿਜੂਅਲ ਦੀ ਪੋਜੈਸ਼ਨ ਨਹੀਂ, ਕਿਸੇ ਇੱਕ ਪਰਿਵਾਰ ਦੀ ਪੋਜੈਸ਼ਨ ਨਹੀਂ, ਕਿਸੇ ਇੱਕ ਕਮਿਊਨਿਟੀ ਦੀ ਪੋਜੈਸ਼ਨ ਨਹੀਂ। ਇਹ ਤਾਂ ਮਾਨਵਤਾ ਦੀ ਹੈਰੀਟੇਜ ਹੈ। ਇਹ ਮਾਨਵਤਾ ਲਈ ਲਿਖੀ ਗਈ ਹੈ, ਇਨਸਾਨੀਅਤ ਲਈ ਲਿਖੀ ਗਈ ਹੈ, ਇਹ ਦੁਨੀਆ ਲਈ ਲਿਖੀ ਗਈ ਹੈ, ਆਉਣ ਵਾਲੀਆਂ ਪੀੜ੍ਹੀਆਂ ਲਈ ਲਿਖੀ ਗਈ ਹੈ। ਤੋ ਅੱਜ ਤੱਕ ਮੈਂ ਇੱਥੇ ਥੋੜ੍ਹੀ ਜਿਹੀ ਤੁਹਾਨੂੰ ਡਿਟੇਲ ਦੱਸਣੀ ਚਾਹੁੰਦਾ। ਅੱਜ ਤੱਕ ਉਹ ਪਰਿਵਾਰ, ਉਹਨਾਂ ਦੇ ਕੋਲ ਆ ਬੀੜ, ਮੈਂ ਤੁਹਾਨੂੰ ਇਹਦਾ ਇਤਿਹਾਸ ਦੱਸੂਗਾ ਇਸ ਬੀੜ ਦਾ। ਉਹਨਾਂ ਦੀ ਆਪਣੀ ਪਰਸਨਲ ਪੋਜੈਸ਼ਨ ਦੇ ਵਿੱਚ ਉਹ ਆਪਣੀ ਪ੍ਰੋਪਰਟੀ ਸਮਝਦੇ ਇਸ ਨੂੰ, ਤਾਂ ਉਹ ਬੀੜ ਉਹਨਾਂ ਦੇ ਕੋਲ ਆ, ਕਰਤਾਰਪੁਰ ਦੇ ਵਿੱਚ ਹਲੇ ਵੀ ਉਹਨਾਂ ਦੇ ਕੋਲ ਆ। ਤਾਂ ਉਹਨਾਂ ਨੇ ਉਹ ਬੀੜ ਦਿੱਤੀ ਨਹੀਂ ਮਹਾਰਾਜ ਨੂੰ। ਤਾਂ ਇੱਕ ਵੇਲੇ ਕੀ ਇੱਕ ਸਵਾਲ ਪੈਦਾ ਹੋਇਆ, ਹੁਣ ਦੀਆਂ ਗੱਲਾਂ, ਕੋਈ ਅੱਜ ਤੋਂ 40-50 ਸਾਲ ਪਹਿਲਾਂ ਦੀ ਗੱਲ ਆ, ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਉਹਨਾਂ ਨੇ ਸੋਚਿਆ ਵੀ ਬੀੜ ਅਸੀਂ ਲੈ ਲਈਏ ਉਹਨਾਂ ਤੋਂ, ਜਿਹੜੇ ਉੱਥੇ ਦੇ ਸੋਢੀ ਹੈਗੇ ਆ, ਕਰਤਾਰਪੁਰ ਦੇ ਵਿੱਚ ਰਹਿੰਦੇ, ਜਿਹੜੇ ਜਾਨਸ਼ੀਨ ਆ ਗੁਰੂ ਅਰਜਨ ਮਹਾਰਾਜ ਦੇ ਜਾਂ ਗੁਰੂ ਹਰਗੋਬਿੰਦ ਮਹਾਰਾਜ ਦੇ ਡਾਇਰੈਕਟ ਡਿਸੈਂਡੈਂਟ ਹੈਗੇ। ਉਹਨਾਂ ਨਾਲ ਉਹ ਕਹਿੰਦੇ ਸਾਨੂੰ ਤੁਸੀਂ ਪੰਥ ਦੇ ਵਿੱਚੋਂ ਜਿਹੜਾ ਹੁਕਮਨਾਮਾ ਹੈ ਉਹ ਵਾਪਸ ਲੈ ਲਓ, ਪੰਥ ਵਿੱਚੋਂ ਜਿਸ ਤਰੀਕੇ ਨਾਲ ਸਾਨੂੰ ਛੇਕਿਆ ਗਿਆ ਉਹਨੂੰ ਤੁਸੀਂ ਵਾਪਸ ਲੈ ਲਓ ਤੇ ਅਸੀਂ ਤੁਹਾਨੂੰ ਬੀੜ ਦੇ ਦਿੰਦੇ। ਇਹ ਗੱਲਬਾਤ ਟੌੜਾ ਸਾਹਿਬ ਪ੍ਰੈਜ਼ੀਡੈਂਟ ਸੀ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੀ ਗੱਲ ਚੱਲੀ, ਬੜੀ ਅਖਬਾਰਾਂ ਦੇ ਵਿੱਚ ਇਸ ਦੀ ਚਰਚਾ ਹੋਈ, ਕਈ ਲੋਕ ਵਿੱਚ ਐਸੇ ਵਿੱਚ ਇਸੇ ਤਰੀਕੇ ਨਾਲ ਵਿਚੋਲੀਏ ਬਣਨ ਦੀ ਕੋਸ਼ਿਸ਼ ਕੀਤੀ ਵੀ ਐਂ ਕਰ ਲਓ ਉਹ ਕਰ ਲਓ। ਤਾਂ ਟੌੜਾ ਸਾਹਿਬ, ਮੈਂ ਉਸ ਵੇਲੇ ਜੌਬ ਕਰਦਾ ਸੀ, ਮੈਨੂੰ ਮਿਲੇ, ਮੈਨੂੰ ਕਹਿਣ ਲੱਗੇ ਵੀ ਪ੍ਰੋਫੈਸਰ ਸਾਹਿਬ ਆਹ ਇਸ ਕਿਸਮ ਦੀ ਗੱਲ ਚੱਲਦੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਟੌੜਾ ਸਾਹਿਬ ਤੁਸੀਂ ਗੁਰੂ ਦਾ ਹੁਕਮਨਾਮਾ ਵਾਪਸ ਨਹੀਂ ਲੈ ਸਕਦੇ, ਤੁਸੀਂ ਪੰਥ ਗੁਰੂ ਤੋਂ ਵੱਡਾ ਨਹੀਂ, ਜਦੋਂ ਤੱਕ ਗੁਰੂ ਹੈ ਹਾਜ਼ਰ ਨਾਜ਼ਰ, ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਹੈ, ਉਸ ਦਾ ਹੁਕਮਨਾਮਾ ਪੰਥ ਵਾਪਸ ਨਹੀਂ ਲੈ ਸਕਦਾ, ਲੇਕਿਨ ਪੰਥ ਦਾ ਆਪਣਾ ਹੁਕਮਨਾਮਾ ਪੰਥ ਡਿਸਾਈਡਡਲੀ ਵਾਪਸ ਲੈ ਸਕਦਾ। ਪ੍ਰੋਫੈਸਰ ਗੁਰਮੁਖ ਸਿੰਘ ਜਿਹੜੇ ਬਹੁਤ ਬੜੇ ਮਹਾਨ ਲੀਡਰ ਸੀ ਸਿੰਘ ਸਭਾ ਲਾਹੌਰ ਦੇ, ਉਹਨਾਂ ਦੇ ਖਿਲਾਫ ਪੰਥ ਨੇ ਉਸ ਵੇਲੇ ਹੁਕਮਨਾਮਾ ਜਾਰੀ ਕੀਤਾ। ਉਹ ਹੁਕਮਨਾਮਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਪਸ ਲੈ ਲਿਆ, ਪਰ ਗੁਰੂ ਦਾ ਹੁਕਮਨਾਮਾ ਵਾਪਸ ਨਹੀਂ ਕੀਤਾ। ਮੇਰੀ ਮੈਂ ਕਿਹਾ ਵਿਚਾਰਧਾਰਾ ਇਹ ਅੱਗੇ, ਮੈਂ ਕਿਹਾ ਤੁਸੀਂ ਐਡੇ ਬੜੇ ਲੀਡਰ ਹੋ, ਪ੍ਰਧਾਨ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤੁਸੀਂ ਜਾਣੋ ਤੁਹਾਡਾ ਕੰਮ ਜਾਣੇ। ਉਹ ਮੈਨੂੰ ਕਹਿਣ ਲੱਗੇ ਪ੍ਰੋਫੈਸਰ ਸਾਹਿਬ ਮੈਨੂੰ ਇਹ ਗੱਲ ਦੀ ਸਮਝ ਆ ਗਈ, ਮੈਂ ਬਹੁਤ ਬੜੀ ਗਲਤੀ ਕਰਨ ਚੱਲਿਆ ਸੀ ਔਰ ਮੇਰੇ ਤੋਂ ਉਸ ਗਲਤੀ ਦਾ ਮਤਲਬ ਬਹੁਤ ਬੜਾ ਮੈਨੂੰ ਹੋ ਸਕਦਾ ਤਾਂ ਜ਼ਿੰਦਗੀ ਉਸ ਦਾ ਖਮਿਆਜ਼ਾ ਭਰਨਾ ਪੈਂਦਾ। ਗੁਰੂ ਦੀ ਕਹੀ ਹੋਈ ਗੱਲ ਨੂੰ ਵਾਪਸ ਨਹੀਂ ਲਿਆ ਜਾਂਦਾ। ਹੁਣ ਚੱਲੀਏ ਅੱਗੇ। ਗੁਰੂ ਹਰ ਰਾਏ ਸਾਹਿਬ ਉਸੇ ਤਰੀਕੇ ਦਾ ਗੱਲ ਤਾਂ ਖੜੀ ਆ ਬੀੜ ਦੇ ਉੱਤੇ, ਗੱਲ ਤਾਂ ਖੜੀ ਆ ਗ੍ਰੰਥ ਦੇ ਉੱਤੇ, ਗੱਲ ਤਾਂ ਖੜੀ ਆ ਜਿਹੜੀ ਪੋਥੀ ਆ ਉਸ ਦੇ ਉੱਤੇ। ਤਾਂ ਸ਼ਿਕਾਇਤ ਹੁੰਦੀ ਹੈ ਮੁਗਲ ਐਂਪਰਰ ਔਰੰਗਜ਼ੇਬ ਦੇ ਕੋਲ ਕਿ ਇਸਲਾਮਿਕ ਸਟੇਟ ਹੈ, ਸਾਡੀ ਸਲਤਨਤ ਹੈ, ਸਾਡਾ ਰਾਜ ਹੈ, ਸਾਡੀ ਮਤਲਬ ਬੋਲਬਾਲਾ ਹੈ ਇਸ ਮੁਲਕ ਦੇ ਉੱਤੇ, ਔਰ ਇੱਕ ਬੀੜ ਦੇ ਵਿੱਚ ਤੌਹੀਨ ਕੀਤੀ ਗਈ ਮੁਸਲਮਾਨਾਂ ਦੀ। ਕੀ ਹੈ? ਇੱਕ ਵਾਕ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਤੋਂ ਮੇਰਾ ਮਤਲਬ ਕਹਿਣ ਦਾ ਇਹ ਹੈ, ਇਹ ਵਾਕ ਆ, ਮੁਸਲਮਾਨ ਦਾ ਰੈਫਰੈਂਸ ਉਸ 'ਤੇ ਚਾਹੁੰਦਾ, ਮਿੱਟੀ ਮੁਸਲਮਾਨ ਦੀ। ਤਾਂ ਸ਼ਿਕਾਇਤ ਹੋ ਗਈ, ਤਾਂ ਗੁਰੂ ਔਰੰਗਜ਼ੇਬ ਨੇ ਆਰਡਰ ਕਰ ਦਿੱਤੇ ਕਿ ਜਾਓ ਗੁਰੂ ਨੂੰ ਕਹੋ ਵੀ ਇੱਥੇ ਆ ਕੇ ਇਸ ਗੱਲ ਦੀ ਐਕਸਪਲੇਨੇਸ਼ਨ ਦੇਵੇ, ਦਰਬਾਰ ਦੇ ਵਿੱਚ ਆ ਕੇ, ਸਾਡੇ ਦਰਬਾਰ ਦੇ ਵਿੱਚ ਆ ਕੇ। ਗੁਰੂ ਜਿਹੜੇ ਹਰ ਰਾਏ ਸਾਹਿਬ ਅੱਛੇ 7ਵੇਂ ਗੁਰੂ, ਉਹ ਆਪਣਾ ਬੇਟਾ ਰਾਮ ਰਾਏ, ਔਰ ਉਹ ਉਹਨਾਂ ਦਾ ਸਭ ਤੋਂ ਬੜਾ ਬੇਟਾ, ਬੜਾ ਹੋਣਹਾਰ ਆ, ਉਹਨੂੰ ਬਹੁਤ ਪਿਆਰ ਕਰਦੇ,
ਔਰ ਇਹ ਸਮਝਦੇ ਆ ਵੀ ਉਸ ਦੇ ਵਿੱਚ ਪੋਟੈਂਸ਼ੀਅਲ ਹੈ ਗੁਰੂ ਬਣਨ ਦਾ, ਹੋ ਸਕਦਾ ਵੀ ਮੈਂ ਉਸ ਨੂੰ ਆਪਣਾ ਜਾਨਸ਼ੀਨ ਬਣਾ ਦਿਆਂ, ਇਸ ਕਿਸਮ ਦੀ ਉਹਨਾਂ ਦੀ ਫੀਲਿੰਗ ਹੈ। ਉਹ ਉਸ ਨੂੰ ਕਹਿੰਦੇ ਆ ਰਾਮ ਰਾਏ ਜਾਓ, ਜਾ ਕੇ ਦੱਸੋ ਔਰੰਗਜ਼ੇਬ ਐਂਪਰਰ ਨੂੰ ਕਿ ਇਹ ਕੀ ਹੈ, ਅਸੀਂ ਇਸ ਨੂੰ ਬਦਲ ਨਹੀਂ ਸਕਦੇ। ਤਾਂ ਉਹ ਜਦੋਂ ਜਾਂਦਾ ਰਾਮ ਰਾਏ ਤਾਂ ਉੱਥੇ ਦੇਖਦਾ ਔਰਾ ਜਿਹੜਾ ਅੰਪਾਇਰ ਦਾ, ਕਿਤਨੀ ਬੜੇ ਉੱਥੇ ਨੇਜ਼ਿਆਂ ਤਲਵਾਰਾਂ ਦੇ ਨਾਲ ਆਲਾ ਦੁਆਲਾ ਸਿਪਾਹੀ ਖੜੇ ਆ, ਘੋੜੇ ਖੜੇ ਆ, ਕਿਤਨਾ ਬੜਾ ਇੱਕ ਭੈ ਦਾ ਐਟਮੋਸਫੀਅਰ, ਜਿਸ ਤਰ੍ਹਾਂ ਵੱਡੇ ਵੱਡੇ ਦਫ਼ਤਰਾਂ ਦੇ ਵਿੱਚ ਹੁੰਦਾ, ਬੜੇ ਬੜੇ ਜਿਹੜੇ ਸਲਤਨਤ ਦੇ ਮਾਲਕ ਹੁੰਦੇ ਆ ਉਹਨਾਂ ਦੇ ਆਲੇ ਦੁਆਲੇ ਹੁੰਦਾ। ਤਾਂ ਉਹ ਭੈਭੀਤ ਹੋ ਜਾਂਦਾ, ਰਾਮ ਰਾਏ ਭੈਭੀਤ ਹੋ ਜਾਂਦਾ। ਉਹ ਕਹਿੰਦੇ ਆ, ਉਹਨੂੰ ਸਵਾਲ ਕੀਤਾ ਜਾਂਦਾ ਵੀ ਇਹ ਤੁਹਾਡੇ ਗ੍ਰੰਥ ਦੇ ਵਿੱਚ ਇਹ ਚੀਜ਼ ਲਿਖੀ ਵੀ ਹੈ, ਇਸ ਦਾ ਦੱਸੋ, ਇਹ ਮੁਸਲਮਾਨਾਂ ਦੀ ਤੋਹੀਨ, ਇਸਲਾਮਿਕ ਸਟੇਟ ਹੈ। ਤਾਂ ਉਸ ਦਾ ਜਵਾਬ ਦਿੰਦੇ ਆ, ਮਹਾਰਾਜ ਇਹ ਮਿੱਟੀ ਮੁਸਲਮਾਨ ਦੀ ਨਹੀਂ, ਮਿੱਟੀ ਬੇਈਮਾਨ ਦੀ। ਇੱਕ ਲਫ਼ਜ਼, ਇੱਕ ਲਫ਼ਜ਼ ਬਦਲ ਦਿੱਤਾ ਜਾਂਦਾ। ਤਾਂ ਉਹ ਬਦਲ ਕੇ ਉਸ ਨੂੰ ਜਗੀਰ ਦਿੱਤੀ ਜਾਂਦੀ ਆ। ਉਹ ਜਗੀਰ ਹਲੇ ਵੀ ਚੱਲਦੀ ਹੈ ਦੇਹਰਾਦੂਨ ਦੇ ਵਿੱਚ। ਉਹਨਾਂ ਨੂੰ ਰਾਮ ਰਈਆ ਇੱਕ ਸੈਕਟ ਨਵਾਂ ਬਣ ਗਿਆ। ਉਸ ਦੀ ਜਦੋਂ ਖਬਰ ਗੁਰੂ ਹਰਰਾਏ ਸਾਹਿਬ ਨੂੰ ਪੰਜਾਬ ਦੇ ਵਿੱਚ ਪਹੁੰਚਦੀ ਆ, ਉਸੇ ਵੇਲੇ ਹੁਕਮਨਾਮਾ ਜਾਰੀ ਕੀਤਾ ਜਾਂਦਾ ਕਿ ਰਾਮ ਰਾਏ ਔਰ ਰਾਮ ਰਾਏ ਦੀਆਂ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ, ਉਸ ਦੀਆਂ ਸਾਰੀਆਂ ਜਿਨਸਾਂ ਪੰਥ ਵਿੱਚੋਂ ਛੇਕ ਦਿੱਤੀਆਂ ਗਈਆਂ। ਇੱਕ ਲਫ਼ਜ਼ ਬਦਲਣ 'ਤੇ ਕਿਉਂ? ਕੀ ਕਾਰਨ ਹੈ? ਕੀ ਰੀਜ਼ਨ ਹੈ? ਕੀ ਬੈਕਗਰਾਊਂਡ ਹੈ? ਇਹ ਇਲਾਹੀ ਬਾਣੀ ਹੈ, ਇਹ ਰੱਬ ਦੀ ਦਿੱਤੀ ਹੋਈ ਬਾਣੀ ਹੈ। ਇਹ ਇਲਾਹੀ ਬਾਣੀ ਦੇ ਵਿੱਚ, ਰੈਵੀਲੇਸ਼ਨ ਦੇ ਵਿੱਚ ਕੋਈ ਤਬਦੀਲੀ ਮਨੁੱਖ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਜੇ ਮਨੁੱਖ ਦੀ ਲਿਖੀ ਹੋਈ ਬਾਣੀ ਹੋਵੇ, ਮਨੁੱਖ ਦੀ ਉਚਰੀ ਹੋਈ ਬਾਣੀ ਹੋਵੇ, ਤਾਂ ਉਸ ਦੇ ਵਿੱਚ ਤਬਦੀਲੀ ਹੋ ਸਕਦੀ ਹੈ। ਜੇ ਇਲਾਹੀ ਬਾਣੀ ਹੈ, ਰਿਵੀਲਡ ਵਰਡ ਹੈ, ਤਾਂ ਉਸ ਦੇ ਵਿੱਚ ਤਬਦੀਲੀ ਕੋਈ ਮਨੁੱਖ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਤੋ ਇਸ ਕਰਕੇ ਰਾਮ ਰਾਏ ਔਰ ਰਾਮ ਰਾਏ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਹਮੇਸ਼ਾ ਲਈ ਪੰਥ ਵਿੱਚੋਂ ਛੇਕ ਦਿੱਤੀਆਂ ਗਈਆਂ। ਔਰ ਤੁਹਾਨੂੰ ਪਤਾ ਹੁਣ ਦੇਹਰਾਦੂਨ ਦੇ ਵਿੱਚ ਉਹ ਜਗੀਰ ਚੱਲ ਰਹੀ ਹੈ। ਉੱਥੇ ਇੱਕ ਬਹੁਤ ਬੜਾ ਡੇਰਾ ਬਣਾਇਆ ਹੋਇਆ। ਉਹਨਾਂ ਨੇ ਆਪਣੀ ਪੋਥੀ ਵੀ ਬਣਾ ਲਈ, ਪਰ ਉਹਨਾਂ ਦਾ ਸਿੱਖਾਂ ਦੇ ਨਾਲ, ਸਿੱਖ ਕੌਮ ਦੇ ਨਾਲ, ਸਿੱਖ ਕਮਿਊਨਿਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਆਪਣਾ ਡਿਫਰੈਂਟ ਕਿਸਮ ਦਾ ਸੈਕਟ ਉੱਥੇ ਡੇਰਾ ਚਲਾਉਂਦੇ। ਤੋ ਮੇਰਾ ਮਤਲਬ ਕਹਿਣ ਤੋਂ ਇਹ ਹੈ, ਹੋਰ ਮੈਂ ਤੁਹਾਨੂੰ ਦੱਸਦਾ, ਇਹ ਸਾਰੀ ਕਹਾਣੀ ਬੀੜ ਦੇ ਆਲੇ ਦੁਆਲੇ ਚੱਲਦੀ ਆ। ਤਾਂ ਜਿਹੜੀ ਬੀੜ ਜਿਹੜੀ ਹੈਗੀ ਆ ਓਰੀਜਨਲ, ਉਹ ਹਲੇ ਕਰਤਾਰਪੁਰ ਦੇ ਵਿੱਚ ਹੀ ਹੈ। ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ, ਤਾਂ ਉਸ ਰਾਜ ਦੇ ਵਿੱਚ ਕੀ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਉਸ ਬੀੜ ਨੂੰ ਲੈ ਆਉਂਦੇ ਆ ਵਾਪਸ। ਉਹਨਾਂ ਦਾ ਹੁਕਮ ਹੁੰਦਾ, ਮਹਾਰਾਜਾ ਹੈ, ਸਾਰੀ ਤਾਕਤ ਹੈ, ਔਰ ਮਹਾਰਾਜੇ ਨੂੰ ਇਸ ਗੱਲ ਦਾ ਅਹਿਸਾਸ ਹੈ ਵੀ ਇਹ ਓਰੀਜਨਲ ਬੀੜ ਹੈ। ਜਿਸ ਬੀੜ ਨੂੰ ਗੁਰੂ ਮਹਾਰਾਜ ਨੇ, ਪੰਜਵੇਂ ਪਾਤਸ਼ਾਹ ਨੇ ਆਪ ਕੰਪਾਈਲ ਕਰਾਇਆ, ਆਪਣੀ ਨਿਗਰਾਨੀ ਦੇ ਵਿੱਚ ਕਰਾਇਆ। ਤਾਂ ਉਹ ਬੀੜ ਮਤਲਬ ਮਹਾਰਾਜਾ ਲੈ ਲੈਂਦਾ, ਔਰ ਮਹਾਰਾਜਾ ਉਸ ਤੋਂ ਵਾਕ ਲੈਂਦਾ। ਉਹ ਜਿਹੜਾ ਗ੍ਰੰਥੀ ਆ ਉਹ ਬੈਠਦਾ, ਵਾਕ ਦਿੰਦਾ। ਮਹਾਰਾਜਾ ਆਪਣਾ ਕੰਮ ਕਰਨ ਤੋਂ ਪਹਿਲਾਂ ਹਰ ਰੋਜ਼ ਇਸ਼ਨਾਨ ਕਰਕੇ ਵਾਕ ਸੁਣ ਕੇ ਉਸ ਤੋਂ ਬਾਅਦ ਆਪਣੇ ਕੰਮ ਲਈ ਕੋਰਟ ਦੇ ਵਿੱਚ ਜਾਂਦਾ। ਤੋ ਉਸ ਤੋਂ ਬਾਅਦ ਕੀ ਹੋਇਆ, ਜਦੋਂ ਅੰਗਰੇਜ਼ਾਂ ਦਾ ਰਾਜ ਖਤਮ ਹੋਇਆ, ਉਸ ਰਾਜ ਤੋਂ ਬਾਅਦ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ 1849 ਦੇ ਵਿੱਚ। ਤਾਂ ਜਿਹੜੀ ਪੋਥੀ ਸੀ ਉਹ ਉਹਨਾਂ ਨੇ, ਅੰਗਰੇਜ਼ਾਂ ਨੇ ਲੈ ਲਈ। ਤੋਸ਼ਾਖਾਨਾ ਸਾਰੇ ਦਾ ਸਾਰਾ ਸੀ, ਜੋ ਜਿੰਨੀ ਵੀ ਪੋਜੈਸ਼ਨ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਪਾਸ ਆਨ ਹੋ ਗਈਆਂ ਅੰਗਰੇਜ਼ਾਂ ਕੋਲ। ਤਾਂ ਅੰਗਰੇਜ਼ਾਂ ਕੋਲ ਜਦੋਂ ਪਾਸ ਆਨ ਹੋ ਗਈਆਂ, ਤਾਂ ਉਹਨਾਂ ਨੇ ਉਸ ਨੂੰ ਰੱਖ ਲਿਆ ਬੀੜ ਨੂੰ। ਤਾਂ ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ 1925 ਦੇ ਵਿੱਚ, ਉਹਨਾਂ ਨੇ ਅਪੀਲ ਕੀਤੀ ਅੰਗਰੇਜ਼ਾਂ ਨੂੰ, ਅੰਗਰੇਜ਼ ਸਰਕਾਰ ਨੂੰ, ਕਿ ਇਹ ਬੀੜ ਸਾਡੀ ਵਿਰਾਸਤ ਹੈ, ਇਹ ਸਾਡੇ ਗੁਰੂ ਦੀ ਲਿਖਵਾਈ ਹੋਈ ਬੀੜ ਹੈ, ਇਹ ਸਾਡੇ ਗੁਰੂ ਦੀ ਕੰਪਾਈਲ ਕੀਤੀ ਹੋਈ ਬੀੜ ਹੈ, ਇਹ ਸਾਨੂੰ ਹੈਂਡਓਵਰ ਕਰ ਦਿੱਤੀ ਜਾਵੇ, ਕਿਉਂਕਿ ਅਸੀਂ ਰਿਪਰੈਜ਼ੈਂਟੇਟਿਵ ਬਾਡੀ ਆ, ਇਲੈਕਟਿਡ ਬਾਡੀ ਆ ਸਾਰੇ ਪੰਥ ਦੀ, ਸਾਰੀ ਸਿੱਖ ਕਮਿਊਨਿਟੀ ਦੀ। ਤਾਂ ਉਹਨਾਂ ਨੇ ਕਿਹਾ ਵੀ ਗੱਲ ਬੜੀ ਰੀਜ਼ਨੇਬਲ ਹੈ ਇਹਨਾਂ ਦੀ, ਇਹਨਾਂ ਨੂੰ ਦੇ ਦਿਓ।
ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀੜ ਜਿਹੜੀ ਕਰਤਾਰਪੁਰੀ ਬੀੜ ਆ ਹੈਂਡਓਵਰ ਕਰ ਦਿੱਤੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਇਹ ਸੋਢੀ ਸੀ ਕਰਤਾਰਪੁਰ ਦੇ, ਧੀਰ ਮੱਲ ਦੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਸੀ ਉਹਨਾਂ ਦੇ ਵਿੱਚੋਂ ਜਿਹੜਾ ਪ੍ਰਮੁੱਖ ਸੋਢੀ ਸੀ ਉੱਥੇ ਦਾ, ਉਸ ਨੇ ਹਾਈ ਕੋਰਟ, ਲਾਹੌਰ ਹਾਈ ਕੋਰਟ ਅੰਗਰੇਜ਼ਾਂ ਦੇ ਟਾਈਮ 1947 ਤੋਂ ਪਹਿਲਾਂ ਦੀ ਗੱਲ, ਉਹਨਾਂ ਨੇ ਅਪੀਲ ਕਰ ਦਿੱਤੀ ਉੱਥੋਂ ਦੇ ਲਾਹੌਰ ਹਾਈ ਕੋਰਟ ਦੇ ਵਿੱਚ ਵੀ ਇਹ ਜਿਹੜੀ ਬੀੜ ਹੈ ਸਾਡੀ ਪਰਸਨਲ, ਸਾਡੀ ਫੈਮਿਲੀ ਦੀ, ਅਸੀਂ ਡਾਇਰੈਕਟ ਡਿਸੈਂਡੈਂਟ ਆ ਗੁਰੂ ਅਰਜਨ ਦੇ, ਤੋਂ ਇਹ ਸਾਨੂੰ ਮਿਲਣੀ ਚਾਹੀਦੀ ਹੈ, ਸਾਡੀ ਜਾਇਦਾਦ ਹੈ, ਸਾਡੀ ਪਰਸਨਲ ਪ੍ਰੋਪਰਟੀ ਹੈ। ਤਾਂ ਕੇਸ ਚੱਲਿਆ। ਉਸ ਕੇਸ ਦੇ ਦੌਰਾਨ ਬਹੁਤ ਵੱਡੀ ਡਿਬੇਟ ਹੋਈ, ਉਹਦੀ ਤਹਿ ਤੱਕ ਅੰਗਰੇਜ਼ ਜਿਹੜੇ ਜੱਜ ਸਾਹਿਬਾਨ ਸੀ ਲਾਹੌਰ ਹਾਈ ਕੋਰਟ ਦੇ, ਉਹ ਗਏ ਤਾਂ 3 ਬੰਦਿਆਂ ਨੂੰ ਉਸ ਦਾ ਪੋਜੈਸ਼ਨ ਦੇ ਦਿੱਤਾ ਗਿਆ ਬੀੜ ਦਾ, ਤਾਂ ਕਿ ਉਸ ਨੂੰ ਕੋਈ ਕਿਸੇ ਤਰੀਕੇ ਨਾਲ ਨੁਕਸਾਨ ਨਾ ਪਹੁੰਚਾ ਸਕੇ, ਜਿਹਦੇ ਵਿੱਚ ਇੱਕ ਭਾਈ ਜੋਤ ਸਿੰਘ ਸੀਗੇ। ਉਹਨਾਂ ਨੇ ਇਸੇ ਬੀੜ ਦੇ ਉੱਤੇ ਇੱਕ ਬਹੁਤ ਹੀ ਮਸ਼ਹੂਰ ਕਿਤਾਬ ਆ ਕਰਤਾਰਪੁਰੀ ਬੀੜ ਦੇ ਦਰਸ਼ਨ, ਉਹਨੇ ਕਿਤਾਬ ਲਿਖੀ। ਤੋ ਉਸ ਤੋਂ ਬਾਅਦ ਸਾਰੀ ਛਾਣਬੀਨ ਕਰਨ ਤੋਂ ਉਪਰੰਤ ਲਾਹੌਰ ਹਾਈ ਕੋਰਟ ਦੇ ਫੁੱਲ ਬੈਂਚ ਨੇ ਫੈਸਲਾ ਦਿੱਤਾ ਵੀ ਇਹ ਬੀੜ ਜਿਹੜੀ ਹੈ, ਜੇ ਅਸੀਂ ਇਸ ਦੀ ਦੇਖੀਏ ਸਾਰੀ ਦੀ ਸਾਰੀ ਹੈਰੀਟੇਜ ਅਤੇ ਲੀਨੀਏਜ, ਤਾਂ ਸਿੱਧੇ ਤੌਰ ਦੇ ਉੱਤੇ ਇਹ ਉਹ ਜਿਹੜੇ ਕਰਤਾਰਪੁਰ ਦੇ ਸੋਢੀ ਆ, ਧੀਰਮਲ ਦੇ ਜਿਹੜੇ ਡਿਸੈਂਡੈਂਟ ਹੈ, ਉਹਨਾਂ ਕੋਲ ਜਾਂਦੀ ਆ। ਤਾਂ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਫੈਸਲਾ ਦੇ ਕੇ ਜਿਹੜੀ ਬੀੜ ਸੀ ਉਹ ਹੈਂਡਓਵਰ ਕਰ ਦਿੱਤੀ ਉਹਨਾਂ ਨੂੰ। ਤਾਂ ਅੱਜ ਦੀ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਉਹ ਉਸੇ ਦਾ ਉਤਾਰਾ ਹੈ, ਉਸੇ ਬੀੜ ਦਾ ਉਤਾਰਾ ਹੈ, ਕਿਉਂਕਿ ਓਰੀਜਨਲ ਹੈ। ਉਸ ਦੇ ਵਿੱਚ ਗੁਰੂਆਂ ਦੇ ਆਪਣੇ ਸਿਗਨੇਚਰ ਵੀ ਹੈਗੇ, ਗੁਰੂਆਂ ਦੀ ਡੇਟ ਆਫ ਬਰਥ, ਡੇਟ ਆਫ ਡਿਮਾਈਜ਼ ਵੀ ਹੈ ਉਹਨਾਂ ਦੇ ਵਿੱਚ ਲਿਖੀ ਹੋਈ। ਤੋ ਖੈਰ, ਤੋ ਹੁਣ ਗੱਲ ਸਵਾਲ ਪੈਦਾ ਹੁੰਦਾ ਕਿ ਉਸ ਬੀੜ ਦੇ ਉੱਤੇ ਕੁਐਸਚਨ ਰੇਜ਼ ਕਰ ਦਿੱਤੇ ਮੈਕਲੋਡ ਨੇ, ਅਤੇ ਉਹਦੇ ਜਿਹੜੇ ਆਲੇ ਦੁਆਲੇ ਇਕੱਠੇ ਕੀਤੇ ਹੋਏ ਲੋਕ ਸੀ, ਕੁਛ ਤਾਂ ਸੀਗੇ ਸਿੱਖ, ਕੁਛ ਦੂਜੇ ਵੀ ਸੀਗੇ, ਤਾਂ ਕਿ ਉਸ ਜਿਹੜਾ ਕ੍ਰਿਟਿਸਿਜ਼ਮ ਹੈ ਉਹਦੀ ਅਥੈਂਟਿਸਿਟੀ, ਇੰਟੈਗਰਿਟੀ, ਆਥਰਸ਼ਿਪ, ਡੇਟਿੰਗ ਦੇ ਉੱਤੇ ਜੋ ਸਵਾਲ ਹੈ, ਉਸ ਨੂੰ ਲੋਕਾਂ ਨੂੰ ਦਿਖਾਇਆ ਜਾ ਸਕੇ ਵੀ ਆਹ ਇੱਕ ਸਿੱਖ ਆਥਰ ਵੀ ਇਹੀ ਗੱਲ ਕਹਿ ਰਿਹਾ, ਆਹ ਇੱਕ ਸਿੱਖ ਆਥਰ ਐਂ ਗੱਲ ਕਹਿ ਰਿਹਾ। ਤੋ ਉਸ ਨੇ ਇੱਕ ਬਹੁਤ ਬੜਾ ਮਤਲਬ ਜੁੰਡਲੀ ਕ੍ਰੀਏਟ ਕਰ ਲਈ, ਕਿਉਂਕਿ ਉਹਦੇ ਕੋਲ ਹੁਣ ਸਾਧਨ ਰੱਬ ਜਾਣੇ ਕਿੱਥੋਂ ਆਏ, ਰੱਬ ਜਾਣੇ ਸਾਧਨ ਕਿੱਥੋਂ ਆਏ, ਕਿੰਨੇ ਰਿਸੋਰਸਿਸ ਆਏ, ਕਿੰਨੇ ਬੰਦੇ ਖੜੇ ਕੀਤੇ ਗਏ, ਕਿੰਨੀਆਂ ਮਤਲਬ ਕਿਤਾਬਾਂ ਛਾਪੀਆਂ ਗਈਆਂ, ਕਿਸ ਤਰ੍ਹਾਂ ਛਾਪੀਆਂ ਗਈਆਂ, ਇਹ ਸਾਰੀ ਦੀ ਸਾਰੀ ਗੱਲ ਦੀ ਜਿਹੜੀ ਮਿਸਟਰੀ ਹੈ, ਉਹ ਮੈਂ ਆਪਣੀ ਜ਼ਿੰਦਗੀ ਦੇ ਵਿੱਚ 10-12 ਸਾਲ ਲਾ ਕੇ ਉਸਨੂੰ ਐਕਸਪਲੋਰ ਕੀਤਾ। ਔਰ ਐਕਸਪਲੋਰ ਕਰਨ ਤੋਂ ਬਾਅਦ ਮੈਂ ਐਸਟੈਬਲਿਸ਼ ਕੀਤਾ ਇਹ ਸਾਰਾ ਝੂਠ ਦਾ ਪਲੰਦਾ ਮੈਕਲੋਡ ਨੇ ਕੀਤਾ। ਔਰ ਮੈਕਲੋਡ ਦੇ ਸਪੋਰਟਰ, ਮੈਂ ਉਹਨਾਂ ਦਾ ਨਾਮ ਦੱਸੂਗਾ ਕਿਹੜੀਆਂ ਆਰਗੂਮੈਂਟਸ ਉਹਨਾਂ ਨੇ ਪੁੱਟ ਕੀਤੀਆਂ। ਬੀੜ ਦੇਖੀ ਨਹੀਂ, ਮੈਕਲੋਡ ਨੇ ਬੀੜ ਨਹੀਂ ਦੇਖੀ। ਬੀੜ ਦੇਖਣ ਤੋਂ ਉਪਰੰਤ ਹੀ, ਬਗੈਰ ਹੀ ਬੀੜ ਨੂੰ ਐਗਜ਼ਾਮਿਨ ਕੀਤਿਆਂ, ਬਗੈਰ ਹੀ ਬੀੜ ਨੂੰ ਦੇਖਿਆ, ਬਾਹਰੋਂ ਬਾਹਰ ਆਪਣੇ ਓਪੀਨੀਅਨ ਬੜੇ ਸਟਰੋਂਗ ਆਰਗੂਮੈਂਟ ਦੇ ਨਾਲ, ਬੜੀ ਪਾਵਰਫੁਲ ਲੈਂਗੁਏਜ ਦੇ ਵਿੱਚ, ਇੰਗਲਿਸ਼ ਦੇ ਵਿੱਚ ਲਿਖ ਕੇ ਕਿਤਾਬਾਂ ਦੇ ਵਿੱਚ ਪਾ ਦਿੱਤਾ। ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ, ਬੜਾ ਦੁੱਖ ਪਹੁੰਚਿਆ, ਬੜੀ ਤਕਲੀਫ ਹੋਈ ਕਿ ਸਾਡੇ ਗੁਰੂ ਦੀ ਜਿਹੜੀ ਅਥੈਂਟਿਸਿਟੀ, ਇੰਟੈਗਰਿਟੀ, ਆਥਰਸ਼ਿਪ, ਡੇਟਿੰਗ, ਉਸ ਨੂੰ ਕੁਐਸਚਨ ਕਰ ਰਿਹਾ, ਉਸ ਦੀ ਚੀਰ ਫਾੜ ਕਰ ਰਿਹਾ, ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਤਾਂ ਫਿਰ ਕੀ ਹੋਇਆ ਕਿ ਉਸ ਬੰਦੇ ਦੇ ਉੱਤੇ ਜਦੋਂ ਅਸੀਂ ਕੁਐਸਚਨ ਕੀਤੇ ਤਾਂ ਉਹ ਕੀ ਕਹਿੰਦਾ ਕਿ ਸਿੱਖਾਂ ਨੂੰ ਆਪਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਆ ਉਹਦਾ ਟੈਕਸਚੁਅਲ ਐਨਾਲਿਸਿਸ ਕਰਨਾ ਚਾਹੀਦਾ। ਇੱਕ ਆਰਗੂਮੈਂਟ ਦੇ ਰਿਹਾ, ਮੈਂ ਦੱਸੂਗਾ ਉਹਦਾ ਮਤਲਬ ਕੀ। ਟੈਕਸਚੁਅਲ ਐਨਾਲਿਸਿਸ, ਅੰਗਰੇਜ਼ੀ ਦਾ ਲਫ਼ਜ਼ ਈਡੀਅਮ ਉਹ ਯੂਜ਼ ਕਰਦਾ। ਟੈਕਸਚੁਅਲ ਐਨਾਲਿਸਿਸ ਬਾਈਬਲ ਦਾ ਉਹਨਾਂ ਨੇ ਕੀਤਾ, ਇਸ ਕਰਕੇ ਕੀਤਾ ਕਿਉਂਕਿ ਬਾਈਬਲ ਜਿਹੜੀ ਲਿਖੀ ਗਈ ਉਹ ਕ੍ਰਾਈਸਟ ਤੋਂ ਕਈ ਸੌ ਸਾਲ ਬਾਅਦ ਲਿਖੀ ਗਈ। ਔਰ ਕਿਹਨੇ ਲਿਖੀ? ਐਪੋਸਲਸ ਨੇ। ਉਹਨਾਂ ਨੇ ਇੱਕ ਵਰਸ ਲੈ ਕੇ ਟੈਕਸਟ, ਉਸ ਨੂੰ ਕਹਿੰਦੇ ਨਾ, ਇੱਕ ਉਸ ਦਾ ਟੈਕਸਟ ਲੈ ਕੇ ਉਸ ਦਾ ਐਨਾਲਿਸਿਸ ਕੀਤਾ। ਐਨਾਲਿਸਿਸ ਕਰਨ ਤੋਂ ਬਾਅਦ ਉਹਦੀ ਦਲੀਲ ਦਿੱਤੀ ਵੀ ਇਹ ਕ੍ਰਾਈਸਟ ਦੀ ਹੋ ਸਕਦੀ ਆ, ਨਹੀਂ ਹੋ ਸਕਦੀ। ਜੇ ਹੋ ਸਕਦੀ ਆ, ਕਿਉਂ ਹੋ ਸਕਦੀ ਆ? ਹਿਊਮਨ ਰੀਜ਼ਨ, ਹਿਊਮਨ ਲੌਜਿਕ, ਹਿਊਮਨ ਰੈਸ਼ਨੈਲਿਟੀ,
ਹਿਊਮਨ ਐਕਸਪਲੇਨੇਸ਼ਨ ਦੇ ਬੇਸਿਸ ਦੇ ਉੱਤੇ ਉਹਨਾਂ ਨੇ ਘੜੀ ਨਿਊ ਟੈਸਟਾਮੈਂਟ ਜਿਸ ਨੂੰ ਕਹਿੰਦੇ ਆ। ਤੋ ਮੇਰਾ ਮਤਲਬ ਕਹਿਣ ਦਾ ਹੈ ਉਹ ਸਿੱਖਾਂ ਨੂੰ ਕਹਿ ਰਿਹਾ, ਜਦ ਕਿ ਸਾਡੇ ਕੋਲ ਅਥੈਂਟਿਕ ਇੰਟੈਗਰੇਟਿਡ ਓਰੀਜਨਲ ਪਿਓਰਿਟੀ ਫਾਰਮ ਦੇ ਵਿੱਚ ਉਸੇ ਵੇਲੇ ਦੀ ਬੀੜ ਮੌਜੂਦ ਹੈ। ਸਾਨੂੰ ਇਸ ਕਿਸਮ ਦੀਆਂ ਸਲਾਹਾਂ, ਸਾਡੇ ਤੇ ਇਸ ਕਿਸਮ ਦਾ ਅਟੈਕ ਕੀਤਾ ਜਾ ਰਿਹਾ ਕਿ ਭਾਈ ਤੁਸੀਂ ਆਪਣੀ ਜਿਹੜੀ ਬੀੜ ਆ ਉਹਦਾ ਟੈਕਸਚੁਅਲ ਐਨਾਲਿਸਿਸ ਕਰੋ। ਅਸੀਂ ਕਿਉਂ ਕਰੀਏ ਜੀ? ਸਾਡੀ ਤਾਂ ਜਿਹੜੀ ਬੀੜ ਹੈ ਉਹ ਰਿਵੀਲਡ ਵਰਡ ਹੈ ਔਰ ਉਸੇ ਤਰੀਕੇ ਨਾਲ ਓਰੀਜਨਲ ਫਾਰਮ ਦੇ ਵਿੱਚ ਸਾਡੇ ਕੋਲ ਅਵੇਲੇਬਲ ਹੈ, ਸਾਡੇ ਕੋਲ ਹੈ, ਮੌਜੂਦ ਹੈ। ਉਸ ਦੀ ਅਥਾਰਟੀ, ਉਸ ਦੀ ਇੰਟੈਗਰਿਟੀ, ਉਸ ਦੀ ਅਥੈਂਟਿਸਿਟੀ, ਉਸ ਦੀ ਡੇਟਿੰਗ, ਸਾਰੀ ਚੀਜ਼ ਐਸਟੈਬਲਿਸ਼ ਹੋ ਚੁੱਕੀ ਹੈ। ਪਰ ਉਹ ਆਦਮੀ ਕ੍ਰਿਸਚਨ ਮਿਸ਼ਨਰ WH ਮੈਕਲੋਡ ਦੀਆਂ 12 ਕਿਤਾਬਾਂ ਲਿਖੀਆਂ, ਉਹਨਾਂ ਦੇ ਵਿੱਚ ਉਸ ਨੇ ਇਸ ਕਿਸਮ ਦੀ ਮਤਲਬ ਬੇਹੂਦਾ ਦਲੀਲ, ਬੇਬੁਨਿਆਦ ਦਲੀਲ ਜਿਸ ਦਾ ਕੋਈ ਲੌਜਿਕ ਨਹੀਂ, ਉਹ ਉਸ ਨੇ ਇਸ ਤਰੀਕੇ ਦੀ ਦਿੱਤੀ। ਫਿਰ ਉਸ ਨੇ ਕਿਹਾ ਵੀ ਇਹ ਗੱਲ ਨਹੀਂ ਬਣੀ, ਇਹ ਗੱਲ ਬਣਨੀ ਬਹੁਤ ਮੁਸ਼ਕਿਲ ਆ। ਫਿਰ ਇੱਕ ਉਹ ਪਿਸ਼ੌਰਾ ਸਿੰਘ ਆ ਉੱਥੇ, ਉਹ ਕਿਸੇ ਮਤਲਬ ਗੁਰਦੁਆਰੇ ਦਾ ਗ੍ਰੰਥੀ ਸੀ। ਗ੍ਰੰਥੀ ਤੋਂ ਬਾਅਦ ਉਸਨੇ PhD ਕੀਤੀ ਡਾਕਟਰ WH ਮੈਕਲੋਡ ਦੇ ਅੰਡਰ। ਉਸ ਤੋਂ ਇਹ ਗੱਲ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਾਈ ਗਈ ਕਿ ਇਹ ਤਾਂ ਡਰਾਫਟ ਬਣੇ ਹੋਏ ਸੀ, ਕਈ ਉਸ ਤੋਂ ਪਹਿਲਾਂ ਵੀ ਡਰਾਫਟ ਬਣੇ, ਔਰ ਫਾਈਨਲ ਡਰਾਫਟ ਜਿਹੜਾ ਹੈਗਾ ਉਹ ਮਤਲਬ ਜਿਹੜੀ ਕਰਤਾਰਪੁਰੀ ਬੀੜ ਹੈ। ਤੋ ਇਹ ਤਾਂ ਕਿ ਇਹਦੀ ਜਿਹੜੀ ਇਹਦੀ ਗ੍ਰੇਟਨੈਸ ਹੈ, ਗ੍ਰੈਂਡਰ ਹੈ, ਯੂਨੀਕਨੈਸ ਹੈ, ਜਿਹੜੀ ਇਹਦੀ ਸਪਿਰਿਚੁਅਲਿਟੀ, ਉਸ ਨੂੰ ਪੰਕਚਰ ਕੀਤਾ ਜਾ ਸਕੇ। ਕਿਸ ਤਰੀਕੇ ਨਾਲ? ਅਸੀਂ ਕਹਿੰਦੇ ਹਾਂ ਰਿਵੀਲਡ ਵਰਡ ਇਲਹਾਮ ਹੈ। ਇਲਹਾਮ ਦੇ ਡਰਾਫਟ ਥੋੜ੍ਹੇ ਬਣਦੇ, ਡਰਾਫਟ ਤਾਂ ਚਿੱਠੀਆਂ ਜਿਹੜੀਆਂ ਕੋਈ ਲਿਖੀਆਂ ਜਾਂਦੀਆਂ ਉਹਨਾਂ ਦੇ ਡਰਾਫਟ ਬਣਦੇ ਆ। ਕੋਈ ਬੜੀ ਇੰਪੋਰਟੈਂਟ ਚਿੱਠੀ ਲਿਖਣੀ ਹੋਵੇ, ਕੋਈ ਕਨਸਟੀਟਿਊਸ਼ਨ ਹਿਊਮਨ ਲੈਵਲ 'ਤੇ ਸਟੇਟਾਂ ਦੇ ਬਣਦੇ, ਉਹਨਾਂ ਦੇ ਡਰਾਫਟ ਬਣਦੇ ਆ। ਤਾਂ ਉਹਨੇ ਇੱਕ ਡਰਾਫਟ ਥਿਊਰੀ ਲੈ ਕੇ ਆਇਆ ਵੀ ਇਹ ਡਰਾਫਟ ਬਣੇ ਸੀ। ਇੱਕ ਉਹਨਾਂ ਨੇ ਫਿਰ ਇੱਕ ਬਹੁਤ ਬੜੀ ਸ਼ੈਤਾਨੀ ਕੀਤੀ, ਇੱਕ ਮੈਨੂਸਕ੍ਰਿਪਟ ਲੈ ਆਂਦੀ, ਜਿਹੜੀ ਕਿ ਉਹਨਾਂ ਦੀ ਉਹਦੀ ਮੈਨੂਸਕ੍ਰਿਪਟ ਜਿਹੜੀਆਂ ਹੁੰਦੀਆਂ ਲਾਇਬ੍ਰੇਰੀਆਂ ਦੇ ਵਿੱਚ, ਉਹਨਾਂ ਦਾ ਇੱਕ ਇਤਿਹਾਸ ਲਿਖਿਆ ਜਾਂਦਾ ਵੀ ਕਿੱਥੋਂ ਆਈ। ਤਾਂ ਉਹ ਇੱਕ ਰੱਦੀ ਵੇਚਣ ਵਾਲਾ ਆਦਮੀ ਰਾਜਸਥਾਨ ਦੇ ਵਿੱਚ ਵੇਚ ਰਿਹਾ ਸੀ, ਉਹਨਾਂ ਤੋਂ ਖਰੀਦ ਲਈ ਗਈ ਗੁਰੂ ਨਾਨਕ ਯੂਨੀਵਰਸਿਟੀ ਲਾਇਬ੍ਰੇਰੀ 'ਚ, ਔਰ ਉਸ ਦਾ ਐਕਸੈਸ਼ਨ ਨੰਬਰ ਆ 1245। ਉਹਨਾਂ ਨੇ ਕਿਹਾ ਵੀ ਇਹ ਪਹਿਲੀ ਬੀੜ ਆ, ਇਹ ਪਹਿਲਾ ਡਰਾਫਟ ਆ, ਇਹ ਓਰੀਜਨਲ ਡਰਾਫਟ ਆ। ਤੋ ਉਸ ਡਰਾਫਟ ਨੂੰ ਜਦੋਂ ਐਗਜ਼ਾਮਿਨ ਕੀਤਾ ਗਿਆ, ਉਹਦੀ ਅਥੈਂਟਿਸਿਟੀ ਦੇਖਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹਦੇ ਵਿੱਚ ਉਹ ਬਿਲਕੁਲ ਹੀ ਮਤਲਬ ਬੇਬੁਨਿਆਦ ਪ੍ਰੂਵ ਹੋ ਗਈ। ਮੇਰਾ ਮਤਲਬ ਹਰ ਹੀਲਾ ਵਰਤਿਆ ਗਿਆ। ਫਿਰ ਦੇਖੋ ਕੀ ਕਹਿ ਰਿਹਾ ਪਿਸ਼ੌਰਾ ਸਿੰਘ, ਕਿੰਨੀ ਬਦਮਾਸ਼ੀ ਵਾਲੀ ਗੱਲ ਕਰ ਰਿਹਾ ਕਿ ਜਿਹੜਾ ਇਹ ਕੰਮ ਹੈ, ਜਿਹੜਾ ਕੰਮ ਕਰਾਇਆ ਗੁਰੂ ਅਰਜਨ ਦੇਵ ਮਹਾਰਾਜ ਨੇ, ਜਦੋਂ ਇੱਕ ਗੱਲ ਨਹੀਂ ਚੱਲਦੀ ਦੂਜੀ ਗੱਲ ਪਾਉਂਦੇ ਆ ਉਹ, ਜਿਹੜੇ ਸਿੱਖਾਂ ਦੇ ਵਿਰੋਧੀ ਆ, ਔਰ ਸਿੱਖੀ ਸਰੂਪ ਦੇ ਵਿੱਚ ਆ, ਔਰ ਗ੍ਰੰਥੀ ਰਿਹਾ ਕੈਨੇਡਾ ਦੇ ਵਿੱਚ ਕਿਸੇ ਗੁਰਦੁਆਰੇ ਦਾ, ਔਰ ਹੁਣ ਵੀ ਉਹ ਅਮਰੀਕਾ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਵਿੱਚ ਸਿੱਖ ਸਟੱਡੀ ਚੇਅਰ ਦੇ ਉੱਤੇ ਕੰਮ ਕਰ ਰਿਹਾ ਬਤੌਰ ਪ੍ਰੋਫੈਸਰ। ਉਹ ਕਹਿ ਰਿਹਾ ਕਿ ਬਈ ਇਹ ਤਾਂ ਕਲੈਕਟਿਵ ਐਫਰਟ ਆ। ਕਲੈਕਟਿਵ ਐਫਰਟ ਤੋਂ ਮਤਲਬ ਕੀ ਹੈ? ਇਹ ਕਈ ਬੰਦੇ ਉੱਥੇ ਇਕੱਠੇ ਹੋਏ ਜਦੋਂ ਬੀੜ ਦੀ ਸਿਰਜਣਾ ਹੋਈ ਹੈ, ਉਸ ਵੇਲੇ ਕਈ ਬੰਦੇ ਉੱਥੇ ਇਕੱਠੇ ਹੋਏ। ਗੁਰੂ ਅਰਜਨ ਦਾ ਨਾਂ ਕਿਉਂ? ਉਹਨਾਂ ਦਾ ਨਾਂ ਵੀ ਲਓ, ਉਹਨਾਂ ਨੂੰ ਵੀ ਐਕਨੋਲੇਜ ਕਰੋ। ਇਹ ਗੱਲ ਲਿਖ ਰਿਹਾ ਪਿਸ਼ੌਰਾ ਸਿੰਘ। ਤੋ ਇਹ ਕਿਸ ਕਿਸਮ ਦੀ ਹਮਾਕਤ ਹੈ, ਕਿਸ ਕਿਸਮ ਦੀ ਰੀਜ਼ਨਿੰਗ ਹੈ, ਕਿਸ ਕਿਸਮ ਦਾ ਲੌਜਿਕ ਹੈ, ਕਿਸ ਕਿਸਮ ਦੀ ਰਿਸਰਚ ਹੈ, ਕਿਸ ਕਿਸਮ ਦੀ ਇਨਫੋਰਮੇਸ਼ਨ ਹੈ। ਬੜੀ ਦੁਖਦਾਈ ਗੱਲ ਹੈ। ਕਿਸ ਤਰੀਕੇ ਦੇ ਨਾਲ ਸਾਡੇ ਧਾਰਮਿਕ ਗ੍ਰੰਥ ਦੇ ਉੱਤੇ ਕਿੰਨੀਆਂ ਕਨਸਪੀਰੇਸੀਜ਼ ਕਰਕੇ ਉਸ ਦੀ ਅਥੈਂਟਿਸਿਟੀ ਤੇ ਇੰਟੈਗਰਿਟੀ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਮੈਂ ਮਤਲਬ ਇਸ ਦਾ ਜਵਾਬ ਆ ਕਿ ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਗੁਰੂ ਅਰਜਨ ਮਹਾਰਾਜ ਦੀ ਸੁਪਰਵਿਜ਼ਨ 'ਚ ਹੋਈ ਆ, ਡਾਇਰੈਕਸ਼ਨਸ ਉਹਨਾਂ ਨੇ ਦਿੱਤੀਆਂ। ਸਕਰਾਈਬ ਜਿਹੜੇ ਲਿਖਣ ਵਾਲੇ ਆ ਉਹ ਭਾਈ ਗੁਰਦਾਸ ਆ। ਇਹ ਤਾਂ ਗੱਲ ਅਸੀਂ ਕਦੇ ਇਸ ਗੱਲ ਨੂੰ ਡਿਨਾਈ ਨਹੀਂ ਕਰਦੇ। ਗੁਰੂ ਅਰਜਨ ਦੇਵ ਮਹਾਰਾਜ ਇਹ ਡਾਇਰੈਕਸ਼ਨ ਦੇ ਰਹੇ ਹੈ ਕਿ ਆਹ ਬਾਣੀ ਇਸ ਤਰ੍ਹਾਂ ਲਿਖਣੀ ਆ, ਆਹ ਬਾਣੀ ਇੱਥੇ ਲਿਖਣੀ ਆ, ਆਹ ਬਾਣੀ ਉੱਥੇ ਲਿਖਣੀ। ਤਤਕਰਾ ਬਣ ਰਿਹਾ, ਪਹਿਲਾਂ ਉਹਦਾ ਤਤਕਰਾ ਲਿਖਿਆ, ਟੇਬਲ ਆਫ ਕੰਟੈਂਟ। ਫਿਰ ਉਸ ਤੋਂ ਟੇਬਲ ਆਫ ਕੰਟੈਂਟ ਤੋਂ ਬਾਅਦ ਜਿਹੜੀਆਂ ਚੀਜ਼ਾਂ ਜਿੱਥੇ ਜਿੱਥੇ ਫਿਕਸ ਕਰਨੀਆਂ, ਡਾਇਰੈਕਸ਼ਨ ਕੌਣ ਦੇ ਰਿਹਾ, ਕੌਣ ਦੱਸ ਰਿਹਾ?
ਜੇ ਕੋਈ ਉਸ ਦੇ ਵਿੱਚ ਮੈਨੂਅਲ ਲੇਬਰ ਦਾ ਕੁਐਸਚਨ ਹੈ, ਜੇ ਕਿਸੇ ਨੇ ਸਿਆਹੀ ਬਣਾਤੀ, ਜੇ ਕਿਸੇ ਨੇ ਕਾਗਜ਼ ਲਿਆਤੇ, ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ? ਉਹ ਤਾਂ ਇੱਕ ਮੈਨੂਅਲ ਫਿਜ਼ੀਕਲ ਲੇਬਰ ਹੈ। ਤਾਂ ਪਿਸ਼ੌਰਾ ਸਿੰਘ ਬੜੇ ਜ਼ੋਰ ਨਾਲ ਇਹ ਗੱਲ ਕਹਿ ਰਿਹਾ, ਬੜੀ ਮਤਲਬ ਕਹਿ ਰਿਹਾ ਵੀ ਉਹਨਾਂ ਨੂੰ ਵੀ ਇਕਨੋਲੇਜ ਕਰਨਾ ਚਾਹੀਦਾ, ਤਾਂ ਕਿ ਗੁਰੂ ਅਰਜਨ ਦੇਵ ਦੀ ਜਿਹੜਾ ਸਟੇਟਸ ਤੇ ਪੋਜੀਸ਼ਨ ਹੈ, ਜਿਹੜੀ ਉਸ ਦੀ ਅਥਾਰਟੀ ਹੈ, ਉਸ ਨੂੰ ਡਿਲਿਊਟ ਕਰ ਦਿੱਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ। ਇਸ ਕਿਸਮ ਦੀਆਂ ਦਲੀਲਾਂ, ਇਹ ਦਲੀਲਾਂ ਅਪੀਲ ਕਰ ਸਕਦੀਆਂ ਜਿਹੜੇ ਨਾਨ ਸਿੱਖ ਆ, ਪਰ ਜਿਹੜਾ ਸਿੱਖ ਹੈ ਉਹ ਤਾਂ ਵਿਸ਼ਵਾਸ ਦੇ ਉੱਤੇ ਬੰਨਿਆ ਹੋਇਆ, ਉਹ ਤਾਂ ਫੇਥ ਦੇ ਉੱਤੇ ਬੰਨਿਆ ਹੋਇਆ, ਉਸ ਦੇ ਉੱਤੇ ਤਾਂ ਇਸ ਗੱਲ ਦਾ ਕੋਈ। ਇਸੇ ਤਰੀਕੇ ਨਾਲ ਗੁਰਿੰਦਰ ਸਿੰਘ ਮਾਨ, ਉਹ ਇਸੇ ਤਰੀਕੇ ਦੀਆਂ ਕਈ ਪੋਥੀਆਂ ਇੱਧਰੋਂ ਉੱਧਰੋਂ ਲਿਆ ਰਿਹਾ ਔਰ ਕਹਿ ਰਿਹਾ ਵੀ ਆਹ ਪੋਥੀਆਂ ਸੋਰਸ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ। ਤੋਂ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਸਾਰੇ ਇਹ ਲੋਕ ਕਿੰਨੇ ਰਿਸੋਰਸਿਸ, ਕਿੰਨੀ ਉਹਨਾਂ ਦੀ ਐਨਰਜੀ, ਕਿੰਨਾ ਟਾਈਮ ਲੈ ਰਹੇ ਆ, ਪਰ ਅਲਟੀਮੇਟਲੀ ਜਦੋਂ ਉਹਨਾਂ ਨੂੰ ਇਹ ਗੱਲਾਂ ਦੇ ਉੱਤੇ ਕੁਐਸਚਨ ਕੀਤੇ ਗਏ, ਜਦੋਂ ਉਹਨਾਂ ਨੂੰ ਇਸ ਗੱਲ ਦਾ ਜਵਾਬ ਦਿੱਤਾ ਗਿਆ, ਫਿਰ ਅਖੀਰ ਦੇ ਵਿੱਚ ਜਿਹੜਾ WH ਮੈਕਲੋਡ ਆ, ਉਸ ਨੂੰ ਜਦੋਂ ਪੁੱਛਿਆ ਕਿ ਤੂੰ ਦੇਖੀ ਆ ਬੀੜ, ਕਿਉਂਕਿ ਬੀੜ ਤਾਂ ਉਹਨਾਂ ਦੀ ਪਰਸਨਲ ਪੋਜੈਸ਼ਨ ਆ, ਉਹਨਾਂ ਦੀ ਮਰਜ਼ੀ ਆ ਕਿਸੇ ਨੂੰ ਦਿਖਾਉਣ, ਉਹਨਾਂ ਦੀ ਮਰਜ਼ੀ ਆ ਕਿਸੇ ਨੂੰ ਨਾ ਦਿਖਾਉਣ। ਪੁੱਛਿਆ ਗਿਆ ਉਹਨਾਂ ਨੂੰ ਜਾ ਕੇ ਵੀ ਇਸ ਨਾਂ ਦਾ ਗੋਰਾ, WH ਮੈਕਲੋਡ ਦੇ ਨਾਂ ਦਾ ਗੋਰਾ ਤੁਹਾਡੇ ਕੋਲ ਆਇਆ? ਉਹ ਕਹਿੰਦੇ ਸਾਡੇ ਕੋਲ ਤਾਂ ਕੋਈ ਨਹੀਂ ਆ। ਤੋ ਝੂਠ ਦਾ ਪਲੰਦਾ, ਫੇਕ ਗੱਲਾਂ ਕਰਨ ਵਾਲੇ ਸਿੱਖਾਂ ਦੇ ਦੁਸ਼ਮਣ ਕਿਹੜੀ ਜਗ੍ਹਾ ਤੋਂ ਸੋਰਸ ਲੈ ਰਹੇ ਆ, ਕਿਹੜੀ ਜਗ੍ਹਾ ਤੋਂ ਸਟਰੈਂਥ ਲੈ ਰਹੇ ਆ, ਜਿਹੜੀ ਜਗ੍ਹਾ ਤੋਂ ਰਿਸੋਰਸਿਸ ਲੈ ਰਹੇ ਆ, ਉਹ ਫਿਰ ਉਹਨੇ ਮੰਨ ਲਿਆ ਵੀ ਇਹ ਜਿਹੜੀ ਕਰਤਾਰਪੁਰੀ ਬੀੜ ਹੈ ਆਥੈਂਟਿਕ, ਇੰਟੈਗਰੇਟਿਡ, ਡੇਟਿੰਗ ਉਹਦੀ ਕਰੈਕਟ ਹੈ, ਸਾਰਾ ਕੁਝ ਸਹੀ ਹੈ। ਤੋ ਇਹ ਸਾਰੀਆਂ ਐਫਰਟਸ ਕਿਉਂ ਹੋ ਰਹੀ ਹੈ? ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ? ਜਿਹੜਾ ਸਿੱਖ ਬਾਈ ਐਂਡ ਲਾਰਜ ਉਹ ਇਸ ਗੱਲ ਲਈ ਬਹੁਤੇ ਕੰਸਰਨ ਨਹੀਂ, ਕਿਉਂਕਿ ਸਿੱਖ ਪੜ੍ਹਦਾ ਨਹੀਂ। ਮੈਂ ਇੱਥੇ ਖਾਸ ਤੌਰ ਦੇ ਉੱਤੇ ਮੀਡੀਆ ਦੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ, ਕਿਤਾਬ ਮੇਰੀ 300 ਪੇਜਸ ਦੀ ਪ੍ਰਿੰਟਡ ਬੁੱਕ ਹੈ। ਇਹ ਇਸੇ ਸੰਦਰਭ ਦੇ ਵਿੱਚ ਲਿਖੀ ਗਈ ਆ, ਔਰ ਉਹੀ ਜਿਹੜੇ ਕਿਸਮ ਦੇ ਗਲਤ ਬੇਬੁਨਿਆਦ ਸਵਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਠਾਏ ਆ, ਉਹਨਾਂ ਦਾ ਮੈਂ ਜਵਾਬ ਦਿੱਤਾ ਇਸ ਕਿਤਾਬ ਦੇ ਵਿੱਚ ਕੱਲੇ ਕੱਲੇ ਦਾ। ਹੁਣ ਕੌਣ ਕੌਣ ਆ ਉਹ ਬਹੁਤ, ਇੱਕ ਨਹੀਂ ਹੈ, ਹੋਰ ਬਹੁਤ ਹੈ। ਕਿਸ ਤਰੀਕੇ ਨਾਲ WH ਮੈਕਲੋਡ ਆ, ਹਰਜੋਤ ਬਰਾਏ ਹੈ, ਉਹ ਵੀ ਚੈਲੰਜ ਕਰ ਰਿਹਾ ਕਿ ਸਿੱਖਾਂ ਦੀ ਤਾਂ ਕੋਈ ਆਪਣੀ ਆਇਡੈਂਟੀਟੀ ਨਹੀਂ, ਇਹ ਤਾਂ ਮਤਲਬ ਕਿਸਾਨ ਫਾਰਮਰਸ ਜਿਹੜੇ ਕਿਸਾਨ ਆ ਉਹਨਾਂ ਦਾ ਧਰਮ ਆ, ਉਹੀ ਲੜਾਈਆਂ ਲੜਦੇ ਆ। ਤੋ ਇਸ ਕਿਸਮ ਦੀਆਂ ਬੇਫਜ਼ੂਲ, ਬੇਬੁਨਿਆਦ, ਬੇਤੁਕੀਆਂ ਦਲੀਲਾਂ ਦੇ ਕੇ ਸਿੱਖਾਂ ਦੇ ਉੱਤੇ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਪਿਸ਼ੌਰਾ ਸਿੰਘ ਦਾ ਮੈਂ ਦੱਸਿਆ, ਗੁਰਿੰਦਰ ਮਾਨ ਦਾ, ਇੱਕ ਹੁਣ ਅਰਵਿੰਦਪਾਲ ਸਿੰਘ ਮੰਡੇਰ ਆ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ, ਉਹ ਐਸੋਸੀਏਟ ਪ੍ਰੋਫੈਸਰ ਆ ਸਿੱਖ ਸਟੱਡੀਜ਼ ਦੇ ਉੱਤੇ। ਉਸ ਦੀ ਮੈਂ ਉਸ ਨੂੰ ਜਵਾਬ ਦਿੱਤਾ। ਉਸ ਨੇ ਇਸੇ ਤਰੀਕੇ ਦੀ ਬਹੁਤ ਖਤਰਨਾਕ ਕਿਤਾਬ ਲਿਖੀ ਸਿੱਖੀ ਦੇ ਖਿਲਾਫ, ਔਰ ਬਹੁਤ ਜ਼ਿਆਦਾ ਮਤਲਬ ਤੋਹੀਨ ਵਾਲੇ ਲਫ਼ਜ਼ ਬਾਣੀ ਦੇ ਵਿਰੋਧ 'ਚ, ਗੁਰੂਆਂ ਦੇ ਵਿਰੋਧ 'ਚ ਲਿਖੇ। ਫਿਰ ਮੈਂ ਉਸ ਦਾ ਜਵਾਬ ਦਿੱਤਾ, ਤਾਂ ਉਸ ਤੋਂ ਬਾਅਦ ਉਹਦੀ ਇਨਕੁਆਇਰੀ ਸ਼ੁਰੂ ਹੋ ਗਈ, ਔਰ ਉਸ ਦੇ ਉੱਤੇ ਇਲਜ਼ਾਮ ਲੱਗ ਗਿਆ ਕਿ ਇਸ ਆਦਮੀ ਨੇ ਪਲੈਜਰਿਜ਼ਮ ਕੀਤੀ ਆ। ਪਲੈਜਰਿਜ਼ਮ ਹੁੰਦੀ ਆ ਵੱਡੇ ਵੱਡੇ ਜਿਹੜੇ ਆਥਰ ਦੁਨੀਆ ਦੇ, ਉਹਨਾਂ ਨੂੰ, ਉਹਨਾਂ ਦੀਆਂ ਰਾਈਟਿੰਗਸ ਨੂੰ, ਉਹਨਾਂ ਦੇ ਲਿਖਤਾਂ ਨੂੰ ਉਸੇ ਤਰੀਕੇ ਨਾਲ ਹੂ ਆਪਣੇ ਨਾਂ ਦੇ ਉੱਤੇ ਛਪਵਾ ਦੇਣਾ। ਇਸ ਕਿਸਮ ਦੀ ਕਰਤੂਤ ਕੀਤੀ ਜਿਹੜਾ ਅਰਵਿੰਦ ਮੰਡੇਰ ਹੈ। ਸੋ ਮੇਰਾ ਉਹਦੀ ਇਨਕੁਆਇਰੀ ਹੋ ਰਹੀ ਆ, ਦੁਨੀਆ ਜਾਣਦੀ। ਤੋ ਇਸੇ ਤਰੀਕੇ N ਮਰਫੀ ਹੈ ਇੱਕ ਗੋਰੀ, ਉਹ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ 'ਚ ਲੱਗੀ ਹੋਈ ਆ, ਉਹ ਕਹਿ ਰਹੀ ਆ ਕਿ ਸਿੱਖੀਜ਼ਮ ਕੁਛ ਨਹੀਂ, ਸਿੱਖੀਜ਼ਮ ਤਾਂ ਇੱਕ ਮਟੀਰੀਅਲਿਜ਼ਮ ਹੈ। ਜਿਹੜੀਆਂ ਸਿੱਖਾਂ ਦੇ ਗੁਰਦੁਆਰੇ ਆ ਉਹ ਬ੍ਰਿਕ ਐਂਡ ਮਾਰਟਰ ਆ, ਇਸੇ ਸਿੱਖਾਂ ਦਾ ਖੰਡਾ ਉਹ ਆਇਰਨ ਆ। ਮੈਂ ਫਿਰ ਉਸ ਨੂੰ ਕੁਐਸਚਨ ਕੀਤੇ, ਮੈਂ ਕਿਹਾ ਇਹ ਦੱਸ ਦੇ ਕ੍ਰਾਸ ਕਿਸ ਚੀਜ਼ ਦਾ ਬਣਿਆ? ਕਾਗਜ਼ ਦਾ ਬਣਿਆ ਹੋਇਆ। ਇਹ ਦੱਸ ਕਿਸ ਚੀਜ਼ ਦਾ ਕ੍ਰਾਸ ਦੀ, ਤੁਸੀਂ ਕ੍ਰਾਸ ਨੂੰ ਇੰਨੀ ਇੰਪੋਰਟੈਂਸ ਦਿੰਦੇ ਹੋ, ਉਹ ਕਿਸ ਚੀਜ਼ ਦਾ ਬਣਿਆ ਹੋਇਆ? ਤੋ ਇਸ ਕਿਸਮ ਦੀ ਜਦੋਂ ਉਹਨਾਂ ਨੂੰ ਜਵਾਬ ਦਿੱਤਾ, ਫਿਰ ਉਹ ਮੇਰੇ ਸਾਰੇ ਜਵਾਬ ਇਸ ਕਿਤਾਬ ਦੇ 'ਚ ਅੰਕਿਤ ਆ, ਬੜੀ ਡਿਟੇਲ ਅਤੇ ਕੰਪਰੀਹੈਂਸਿਵ ਸਟੱਡੀ ਆ ਕੀਤੀ ਹੋਈ। ਤੋ ਇਸੇ ਤਰੀਕੇ ਨਾਲ ਇੱਕ ਲੂਈ ਫੈਨਿਕ ਆ ਜਿਹੜਾ ਉਹ ਫਰੈਂਚ ਆ, ਔਰ ਰਹਿੰਦਾ ਉਹ ਅਮਰੀਕਾ ਦੇ ਵਿੱਚ ਆ। ਉਸ ਨੇ ਸਿੱਖਾਂ ਦਾ ਜਿਹੜੀ ਟਰਡੀਸ਼ਨ ਹੈ ਮਾਰਟਰਡਮ ਦੀ, ਉਸ ਨੂੰ ਪੰਕਚਰ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਦੀ ਜਿਹੜੀ ਕਨਸੈਪਟ ਆਫ ਮਾਰਟਰਡਮ ਹੈ, ਇਹ ਫਲਾਣਾ
ਚੀਜ਼ ਤੋਂ ਬਾਰੋ ਕੀਤਾ, ਇਹ ਕੋਈ ਚੀਜ਼ ਨਹੀਂ ਹੈ। ਤਾਂ ਉਸ ਦਾ ਮੈਂ ਜਵਾਬ ਦਿੱਤਾ ਕਿ ਸਿੱਖਾਂ ਦੀ ਜਿਹੜੀ ਮਾਰਟੀਰਡਮ ਹੈ ਬਹੁਤ ਪ੍ਰੋਫਾਊਂਡ ਹੈ, ਬਹੁਤ ਗ੍ਰੇਟ ਹੈ, ਬਹੁਤ ਉਸ ਦੀ ਵੱਡੀ ਜਗ੍ਹਾ ਹੈ, ਜਿਸ ਦਾ ਕੋਈ ਸਾਨੀ ਨਹੀਂ। ਦੂਸਰੇ ਈਸਾਈ ਕ੍ਰਿਸਚੈਨਿਟੀ 'ਚ ਵੀ ਕਨਸੈਪਟ ਆਫ ਮਾਰਟੀਰਡਮ ਹੈ, ਇਸਲਾਮ 'ਚ ਵੀ ਕਨਸੈਪਟ ਆਫ ਮਾਰਟੀਰਡਮ ਹੈ, ਇਸੇ ਤਰੀਕੇ ਨਾਲ ਜਿਊਜ਼ 'ਚ ਵੀ ਕਨਸੈਪਟ ਆਫ ਮਾਰਟੀਰਡਮ ਹੈ। ਪਰ ਉਸ ਮਾਰਟੀਰਡਮ ਦੇ ਵਿੱਚ ਜਿਹੜਾ ਮਾਰਟਰ ਆ ਇੱਕ ਪ੍ਰੋਮਿਸ ਦਿੰਦਾ, ਜਿਹੜਾ ਪ੍ਰੋਫਿਟ ਉਹਨੂੰ ਪ੍ਰੋਮਿਸ ਦਿੰਦਾ ਵੀ ਜਦੋਂ ਤੂੰ ਇਹ ਸ਼ਹਾਦਤ ਦੇ ਕੇ ਜਾਏਗਾ ਤੈਨੂੰ ਉਹ ਚੀਜ਼ਾਂ ਮਿਲਣਗੀਆਂ ਜਿਹੜੀਆਂ ਇਸ ਦੁਨੀਆ 'ਚ ਵਰਜਿਤ ਆ। ਸ਼ਰਾਬਾਂ ਦੀਆਂ ਨਹਿਰਾਂ, ਸ਼ਰਾਬਾਂ ਦੇ ਦਰਿਆ ਚੱਲ ਰਹੇ ਹੋਣਗੇ, ਹੂਰਾਂ ਹੋਣਗੀਆਂ, ਤੂੰ ਸਵਰਗ ਦੇ ਵਿੱਚ। ਸਾਡੇ ਕੋਲ ਤਾਂ ਸਵਰਗ ਤੇ ਨਰਕ ਦਾ ਕੋਈ ਕਨਸੈਪਟ ਨਹੀਂ। ਸਾਡੇ ਕੋਲ ਜੇ ਸ਼ਹਾਦਤ ਗੁਰੂ ਦੇ ਨਾਂ ਦੇ ਉੱਤੇ ਦਿੱਤੀ, ਜੇ ਰੱਬ ਦੇ ਨਾਂ ਦੇ ਉੱਤੇ ਸ਼ਹਾਦਤ ਦਿੱਤੀ, ਤਾਂ ਮੰਗਣਾ ਹੀ ਕੀ ਆ। ਉਹ ਆਪਣੇ ਆਪ ਦੇ ਵਿੱਚ ਹੀ ਬੜੀ ਪ੍ਰੋਫਾਊਂਡ ਆ। ਇਹ ਆ ਸਿੱਖਾਂ ਦੀ ਸ਼ਹਾਦਤ। ਇਹ ਜਵਾਬ ਇਹ ਬੜੀ ਡਿਟੇਲ ਹੈ, ਪਰ ਮੈਂ ਤੁਹਾਨੂੰ ਥੋੜ੍ਹੇ ਲਫ਼ਜ਼ਾਂ 'ਚ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਤੋ ਮਤਲਬ ਇਹ ਹੈ। ਤੋ ਇਸੇ ਤਰੀਕੇ ਦੇ ਨਾਲ ਹੁਣ ਤੁਸੀਂ ਦੇਖੋ, ਜਦੋਂ ਬਹੁਤ ਬੜੀ ਡਿਬੇਟ ਚੱਲੀ ਸਪਿਰਿਚੁਅਲਿਜ਼ਮ ਦੇ ਵਿੱਚ, ਤਾਂ ਜਿਹੜੇ ਮਤਲਬ ਹਿੰਦੂ ਆ ਉਹ ਤਾਂ ਰਿਚੁਅਲਿਸਟਿਕ ਰਿਲੀਜਨ ਆ। ਉਹਨਾਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਕਿਤਾਬਾਂ ਹੈਗੀਆਂ, ਗ੍ਰੰਥ ਹੈਗੇ, ਉਹਨਾਂ ਦੀ ਉਹ ਅਹਿਮੀਅਤ ਨਹੀਂ ਜਿੰਨੀ ਰਿਚੁਅਲਿਜ਼ਮ ਦੀ ਅਹਿਮੀਅਤ ਆ। ਆਈਡਲਸ ਨੂੰ ਤੁਸੀਂ ਵਰਸ਼ਿਪ ਕਰਨਾ, ਉਹਨਾਂ ਨੂੰ ਇਸ਼ਨਾਨ ਕਰਾਉਣਾ, ਉਹਨਾਂ ਨੂੰ ਬਸਤਰ ਪਹਿਨਾਉਣੇ, ਉਹਨਾਂ ਨੂੰ ਭੋਜਨ ਛਕਾਉਣਾ, ਉਹਨਾਂ ਨੂੰ ਦੁੱਧ ਨਾਲ ਨਹਾਉਣਾ, ਤਾਂ ਇਸ ਕਿਸਮ ਦੀਆਂ ਗੱਲਾਂ ਹੈਗੀਆਂ। ਲੇਕਿਨ ਜਿਹੜਾ ਦੋ ਤਰ੍ਹਾਂ ਦੇ ਧਰਮ ਮੰਨੇ ਜਾਂਦੇ ਆ, ਸਕ੍ਰਿਪਚੁਅਲ ਰਿਲੀਜਨ ਜਿਹਨਾਂ ਨੂੰ ਕਹਿੰਦੇ ਆ, ਔਰ ਉਸ ਸਕ੍ਰਿਪਚੁਅਲ ਰਿਲੀਜਨ ਦੇ ਵਿੱਚ ਇਸਲਾਮ ਆਉਂਦਾ, ਉਸੇ ਸਕ੍ਰਿਪਚੁਅਲ ਰਿਲੀਜਨ ਦੇ ਵਿੱਚ ਕ੍ਰਿਸਚੈਨਿਟੀ ਹੁੰਦੀ ਆ, ਉਸੇ 'ਚ ਜੂਡਾਇਜ਼ਮ ਆਉਂਦਾ। ਤੋ ਸਾਨੂੰ ਉਸ ਦੇ ਵਿੱਚ ਫਿਕਸ ਨਹੀਂ ਕੀਤਾ। ਮੈਂ ਸਮਝਦਾ ਸਾਨੂੰ ਉਸ ਦੇ ਵਿੱਚ ਫਿਕਸ ਨਹੀਂ ਹੋਣਾ ਪਏਗਾ, ਕਿਉਂਕਿ ਸਾਡਾ ਜਿਹੜਾ ਧਾਰਮਿਕ ਗ੍ਰੰਥ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਆਪਣੇ ਆਪ ਦੇ ਵਿੱਚ ਸਾਖਸ਼ਾਤ ਜਿਉਂਦਾ ਜਾਗਦਾ ਗੁਰੂ ਹੈ। ਉਹ ਅਹਿਲੇ ਕਿਤਾਬ ਕਹਿੰਦੇ ਆ, ਉਹ ਦੂਸਰੇ ਜਿਹੜੇ ਮੁਸਲਮਾਨ ਆ ਕੁਰਾਨ ਨੂੰ ਅਹਿਲੇ ਕਿਤਾਬ ਕਹਿੰਦੇ ਆ, ਪਰ ਅਹਿਲੇ ਕਿਤਾਬ ਦਾ ਸਟੇਟਸ ਜਿਹੜਾ ਪ੍ਰੋਫਿਟ ਤੋਂ ਨੀਚੇ। ਇਸੇ ਤਰੀਕੇ ਨਾਲ ਉਹ ਕਹਿੰਦੇ ਬੁੱਕ ਆਫ ਰਿਲੀਜਨ, ਕ੍ਰਿਸਚਨਸ ਅਤੇ ਜੂਡਾਸ ਜਿਹੜੇ ਜਿਊਜ਼ ਹੈਗੇ ਆ, ਤਾਂ ਉਹਨਾਂ ਦਾ ਜਿਹੜਾ ਸਟੇਟਸ ਆ ਉਹ ਵੀ ਪ੍ਰੋਫਿਟ ਤੋਂ, ਜਿਹੜੀ ਬਾਈਬਲ ਆ ਜਾਂ ਟੋਰਾ ਹੈ, ਉਹ ਵੀ ਸਟੇਟਸ ਜਿਹੜਾ ਪ੍ਰੋਫਿਟ ਆ ਉਸ ਤੋਂ ਨੀਚੇ ਹੈ। ਪਰ ਸਾਡੀ ਜਿਹੜੀ ਗੁਰੂ ਗ੍ਰੰਥ ਸਾਹਿਬ ਹੈ, ਉਸ ਦੀ ਜੋ ਸਟੇਟਸ, ਉਸ ਦੀ ਜੋ ਪੋਜੀਸ਼ਨ, ਉਸ ਦੀ ਜੋ ਅਹਿਮੀਅਤ ਹੈ, ਉਹ ਬਹੁਤ ਵੱਡੀ ਹੈ, ਬਹੁਤ ਯੂਨੀਕ ਹੈ। ਇਸੇ ਕਰਕੇ ਮੈਂ ਸੁਚੇਤ ਕਰਦਾ ਆਪਣੀ ਕੌਮ ਦੇ ਲੋਕਾਂ ਨੂੰ ਕਿ ਸਾਡੇ ਕੋਲ ਬਹੁਤ ਵੱਡਾ ਵਿਰਸਾ, ਜਿਹੜਾ ਵਿਰਸਾ ਕਿਸੇ ਹੋਰ ਦੇ ਕੋਲ ਨਹੀਂ। ਅਸੀਂ ਦੁਨੀਆ ਨੂੰ ਮਤਲਬ ਰਾਹਤ ਪਹੁੰਚਾਉਣੀ ਆ। ਸਾਡਾ ਮਾਨਵਤਾ ਦਾ ਧਰਮ ਆ, ਸਾਡਾ ਸਰਬੱਤ ਦੇ ਭਲੇ ਦਾ ਧਰਮ ਆ। ਅਸੀਂ ਇੱਕ ਐਸੀ ਮਤਲਬ ਐਸਾ ਰਾਜ ਸਿਰਜਣਾ, ਜਿਸ ਰਾਜ ਦੀ ਮੈਂ ਥੋੜ੍ਹੀ ਜਿਹੀ ਵਿਆਖਿਆ ਕਰਦਾ ਜਿਹੜੀ ਕਿ ਮੇਰੀ ਲਿਖੀ ਹੋਈ ਹੈ। ਉਹ ਕੀ ਰਾਜ ਹੈ, ਕੀ ਰਾਜ ਹੈ, ਉਸ ਨੂੰ ਸਮਝ ਲੈਣ ਸਿੱਖ, ਔਰ ਉਸ ਦੇ ਉੱਤੇ ਮਾਣ ਕਰਨ, ਔਰ ਉਸ ਰਾਜ ਦੀ ਜਿਹੜੀ ਲੀਡਰਸ਼ਿਪ ਹੋਏਗੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਹੋਏਗਾ ਉਸ ਦਾ ਲੀਡਰ। ਉਹ ਹੋਇਆ, ਕਰਕੇ ਦਿਖਾਇਆ। ਸਿੱਖ ਰਾਜ ਜਿਹੜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਹੋਇਆ, ਜਿਸ ਦੇ ਨਾਲ ਕਿਸੇ ਕਿਸਮ ਦਾ ਵਿਤਕਰਾ, ਕਿਸੇ ਕਿਸਮ ਦਾ ਧੱਕਾ, ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਹੋਈ ਨਹੀਂ, ਸਭ ਨਾਲ ਫੇਅਰ ਪਲੇ ਹੋਇਆ। ਕੀ ਹੈ? ਖਾਲਸਾ ਕਾਮਨਵੈਲਥ ਹਾਈਫਨ a vibrant republic based on the law of love, the law of truth and the law of justice. In this constitution, people inspired goodness of humanity. ਇਹ ਹੈ ਸਾਡਾ ਰਾਜ ਦਾ ਸੰਕਲਪ। ਜਿਸ ਰਾਜ ਦੇ ਵਿੱਚ ਕੀ ਖਾਲਸਾ ਕਾਮਨਵੈਲਥ ਦੇ ਵਿੱਚ ਕੀ ਹੋਏਗਾ? ਇਹ ਵਾਈਬਰੈਂਟ ਰਿਪਬਲਿਕ, ਐਸੀ ਰਿਪਬਲਿਕ ਹੋਏਗੀ ਦੁਨੀਆ ਦੀ, ਮਾਨਵਤਾ ਦੀ, ਇਨਸਾਨੀਅਤ ਦੀ, ਮਨੁੱਖਤਾ ਦੀ। ਤਾਂ ਉਸ ਰਿਪਬਲਿਕ ਦੇ ਜੇ ਬੇਸਡ ਔਨ ਦੀ ਲਾਅ ਆਫ ਲਵ, ਉਸ ਦੇ ਵਿੱਚ ਕਾਨੂੰਨ ਦੀ ਜਿਹੜੀ ਬੇਸ, ਜਿਹੜੀ ਉਹਦੀ ਬੇਸ ਹੋਏਗੀ, ਜਿਹੜੀ ਉਹਦੀ ਸਟਰੈਂਥ ਹੋਏਗੀ, ਲਾਅ ਆਫ ਲਵ ਹੋਏਗੀ, ਪਿਆਰ ਦੇ ਉੱਤੇ ਹੋਏਗੀ। ਤਾਂ ਉਹ ਕੀ ਹੋਏਗੀ? ਲਾਅ ਆਫ ਲਵ। ਦੀ ਲਾਅ ਆਫ ਟਰੁੱਥ, ਦੂਸਰਾ ਕੀ ਹੋਏ? ਦੀ ਲਾਅ ਆਫ ਟਰੁੱਥ, ਸੱਚਾਈ ਦੇ ਉੱਤੇ ਬੁਨਿਆਦ ਹੋਏਗੀ। ਐਂਡ ਦੀ ਲਾਅ ਆਫ ਜਸਟਿਸ। ਸੋ ਇਹ ਗੱਲ ਹੈ, ਅਸੀਂ ਉਸ ਚੀਜ਼ ਦੀ ਉਮੀਦ ਕਰਦੇ ਹਾਂ, ਉਸ ਚੀਜ਼ ਦਾ ਅਸੀਂ ਸੁਪਨਾ ਦੇਖ ਰਹੇ ਹਾਂ ਕਿ ਮਹਾਰਾਜ ਤੂੰ ਆਪਣੀ ਬਖਸ਼ਿਸ਼ ਕਰ, ਇਸ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਇੱਕ ਦੁਨੀਆ ਦੇ ਵਿੱਚ ਐਸੀ ਕਾਮਨਵੈਲਥ ਬਣੇ ਜਿੱਥੇ ਕਾਨੂੰਨ ਵੀ ਪਿਆਰ ਦਾ ਹੋਵੇ, ਜਿੱਥੇ ਕਾਨੂੰਨ ਦੇ ਵਿੱਚ
ਫੇਅਰਨੈਸ ਹੋਵੇ, ਜਸਟਿਸ ਹੋਵੇ, ਜਿਸ ਦੇ ਵਿੱਚ ਪਿਆਰ ਹੋਵੇ, ਜਿਸ ਦੇ ਵਿੱਚ ਫੇਅਰ ਪਲੇ ਹੋਵੇ, ਜਿਸ ਦੇ ਵਿੱਚ ਕਿਸੇ ਨਾਲ ਧੱਕਾ ਨਾ ਹੋਵੇ, ਕਿਸੇ ਨਾ ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਾ ਹੋਵੇ। ਧੰਨਵਾਦ। ਹੋ ਸਕਦਾ ਮੇਰੇ ਤੋਂ ਕੋਈ ਗਲਤ ਗੱਲ ਕਹੀ ਗਈ ਹੋਵੇ, ਮਾफ़ ਕਰਨਾ, ਕਿਉਂਕਿ ਲੰਬੀ ਗੱਲ ਸੀ, ਉਸ ਦੇ ਵਿੱਚ ਕੋਈ ਗੱਲ ਕਈ ਵਾਰੀ ਜ਼ੁਬਾਨ 'ਤੇ ਨਹੀਂ ਆਉਂਦੀ, ਪਰ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਣੀ ਛੋਟੀ ਜਿਹੀ ਬੁੱਧੀ ਦੇ ਨਾਲ इतनी बड़ी गल कर सका। छोटा मुँह बड़ी वाली बात तो बात बहुत बड़ी है, बहुत बहुत गंभीर है, बहुत बहुत सुच्ची है, बात बहुत बड़ी सच्चाई के उत्ते बेस्ड है। सो साडा श्री गुरु ग्रंथ साहब जिंदा रहे और मानवता की सेवा असी उसकी रहनुमाई दे विच करते रहिए, लोकां नाल इंसाफ करिए, लोकां नाल प्यार करिए, लोकां नूं, गरीब लोकां नूं, जिहड़े पछड़े लताड़े लोग है उन्हां दे हक दे विच खड़े होके असी जिंदगी दे विच गुरु ग्रंथ साहब की रहनुमाई दे विच उन्हां दी हैल्प कर सकीए, उन्हां दी सहायता कर सकीए, सरबत दे भले दा जिहड़ा गुरु दा आदेश आ उसनूं असी अगे लिजा सकीए। इन्ना ही कहंदा होया धन्नवाद करदा तुहाडा, तुसीं बड़ी पेशेंस दिखाई। वाहिगुरू जी का खालसा, वाहिगुरू जी की